करत सारे गुर बाणी कहे सेवक जन मानै पर तख गुरु निस्तारै बाणी बिरलो विचारसी जे को गुरुमुख होए एह बाणी महापुरख की निज कर वासा होए। एक ओंकार सतगुर प्रसाद सलोक महला नौवां तीरथ भरत अरदान कर मन में तरह गुमान नानक ने फल जात तें ज्यों कुंचर इशनान सिर कंप्यो पग डगमगे नैन जोत तेहीन कहो नानक इह बिद पई तो ना हर रस लीन निज कर देखियो जगत में को काहूं को नाही नानक थिर हर भगत है तिह राखो मन माहे जग रचना सब झूठ है जान लिहो रे मीत कह नानक तेरे ना रहे ज्यों बालू की पीत राम गयो रावण गयो जाको बहु परवार कहो नानक थिर कछ नहीं सुपने ज्यों संसार चिंता तांकी कीजिए जो अनहोनी होए एह मार्ग संसार को नानक थिर नहीं कोए जो उपजो सो बिनस है परो आज कह काल नानक हर
हर गुण गाए ले छाड़ सगल जंजाल जो उपज्यो सो बिनस है परो आज कह काल नानक हर गुण गाए ले छाड़ सगल जंजाल। वाहिगुरु जी का खालसा वाहिगुरु जी की फतेह। नौवें पातशाह दे इन्हां श्लोकां दी विचार भाई साहब आप जी नूं सरवण करवाउणगे। 23 तरीक गुरु नौवें पातशाह महाराज का शहीदी गुरपुरब है जो सीसगंज साहब ही मनाया जाता है और 23 तरीक नूं ही नगर कीर्तन सजेगा जो सवेरे 10 बजे आरंभ होके बंगला साहब तो होंदियां रकाबगंज साहब पहुंचेगा। फिर 24 तरीक दे विशेष समागम गुरुद्वारा रकाबगंज साहब भाई लखी शाह वनजारा हाल अंदर सजणगे। सो दोवें ही दिन सेवा करके हाजरियां भर के धर्म रक्षक धर्म दी तुजा गुरु तेग बहादुर साहब महाराज की लसानी शहादत नूं अपनी शरदा अपना सत्कार अपनी अकीदत भेंट करिए। वाहिगुरु जी का खालसा वाहिगुरु जी की फतेह। दर्शन देख जीवा गुर तेरा पूरन कर्म होए प्रभ मेरा ठीकर फोर दिलीस सिर प्रभ पुर किया फयान तेग बहादुर सी क्रिया करी ना किन्हुआन भूले मार्ग जिन है बताया ऐसा गुर वड भागी पाया ऐसे गुर को बल बल जाइए आप मुकत मोहे तारे नारायण नरपत नमस्कारे कहो बुद्ध प्रभ तुच्छ हमारी बरन सकै महिमा जो तिहारी हम ना सकत कर सिफत तुम्हारी आप ले हो तुम कथा सुधारी सतगुरु गरीब नवाज अकाल पुरख दे प्रतख स्वरूप गुरता गद्दी ते विराजमान दीन दुनी दे वाली आद श्री गुरु ग्रंथ साहिब महाराज सच्चे पातशाह जी धन गुरु हरकृष्ण साहब सच्चे पातशाह जी दे चरण छू अस्थान ते पहुँच के
ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਾਪਤ ਹੋਏ ਅਮੋਲਕ ਜੀਵਨ ਨੂੰ ਸਫਲ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ 23 ਤਰੀਕ ਨੂੰ ਹੈ। ਉਸ ਤੋਂ ਪਹਿਲਾਂ ਇਸ ਅਸਥਾਨ ਤੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ 9ਵੇਂ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜੋ 57 ਦੇ ਕਰੀਬ ਸ਼ਲੋਕ ਹਨ, ਉਹਨਾਂ ਦੀ ਵਿਚਾਰ ਪਿਛਲੀ 10 ਤਰੀਕ ਤੋਂ ਚੱਲ ਰਹੀ ਹੈ। ਅੱਜ 46 ਨੰਬਰ ਸ਼ਲੋਕ ਤੋਂ ਲੈ ਕੇ 52 ਤੱਕ ਇਹ 7 ਸ਼ਲੋਕ ਆਪ ਜੀ ਨਾਲ ਵਿਚਾਰੇ ਜਾਣਗੇ। ਸਤਿਗੁਰੂ ਜੀ ਨੇ ਪਹਿਲੇ ਹੀ ਸ਼ਲੋਕ ਵਿੱਚ ਸੁਚੇਤ ਕੀਤਾ ਹੈ, ਹਰ ਇੱਕ ਧਰਮ ਦਾ ਮਨੁੱਖ ਕੋਈ ਨਾ ਕੋਈ ਕਰਮ ਜ਼ਰੂਰ ਕਰਦਾ ਹੈ। ਕੋਈ ਤੀਰਥ ਦੀ ਯਾਤਰਾ ਕਰ ਰਿਹਾ ਹੈ, ਕੋਈ ਆਪਣੇ ਮਜ਼ਹਬ ਦੇ ਮੁਤਾਬਕ ਵਰਤਦਾ, ਜਿਸ ਧਰਮ ਵਿੱਚ ਵਰਤਾਂ ਨੂੰ ਮੰਨਿਆ ਗਿਆ, ਤੇ ਦਾਨ ਤੇ ਹਰ ਇੱਕ ਹੀ ਕਰਦਾ ਹੈ। 10ਵਾਂ ਹਿੱਸਾ ਸਿੱਖ ਨੂੰ ਵੀ ਹੁਕਮ ਹੈ। ਅਸੀਂ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਦਾਨ ਕਰਦੇ ਹਾਂ, ਗੁਰੂ ਧਾਮਾਂ ਦੇ ਦਰਸ਼ਨ ਦੀਦਾਰੇ, ਕਿ ਇਹ ਸਾਰੇ ਧਾਰਮਿਕ ਕਰਮ ਨੇ। ਅੰਮ੍ਰਿਤ ਵੇਲੇ ਜਾਗਣਾ ਹੁੰਦਾ ਕੀ ਏ, ਗੁਰੂ ਸਾਹਿਬ ਸੁਚੇਤ ਕਰਦੇ ਨੇ, ਕਹਿੰਦੇ ਜਦੋਂ ਅਸੀਂ ਕੋਈ ਕਰਮ ਕਰਨੇ ਆ ਉਹਦੇ ਉੱਤੇ ਮੋਹਰ ਆਪਣੀ ਲਾ ਦਿੰਦੇ ਆ ਕਿ ਮੈਂ ਕੀਤਾ ਹੈ। ਪਿੱਛੇ ਇੱਕ ਸ਼ਲੋਕ ਆਇਆ ਸੀ, ਕਹਿੰਦੇ ਨੇ ਕਰਤਾ ਰਾਮ ਪਛਾਣ। ਆਪਣੇ ਸਰੀਰ ਦੇ ਵਿੱਚ ਹੋ ਰਹੀਆਂ ਕਿਰਿਆਵਾਂ, ਐਕਟੀਵਿਟੀਜ਼ ਨੂੰ ਧਿਆਨ ਨਾਲ ਵੇਖ, ਕੌਣ ਕਰ ਰਿਹਾ, ਤੇਰੇ ਸਰੀਰ ਵਿੱਚ ਕੌਣ ਵਿਚਰ ਰਿਹਾ। ਅੱਖੀਂ ਅੰਦਰ ਵੇਖਦਾ, ਦਰਸ਼ਨ ਵਿੱਚ ਦਿਸੈ, ਉਹ ਕੌਣ ਹੈ ਜਿਹੜੀ ਤੇਰੀ ਅੱਖਾਂ ਦੇ ਰਾਹੀਂ ਬਾਹਰ ਵੇਖ ਰਿਹਾ। ਸਾਡਾ ਜਦੋਂ ਜਨਮ ਹੋਇਆ, ਮਾਤਾ ਪਿਤਾ ਨੇ ਨਾਮ ਦੇ ਦਿੱਤਾ, ਮਜ਼ਹਬ ਦੇ ਮੁਤਾਬਕ ਸਾਨੂੰ ਇਹ ਕਹਿ ਦਿੱਤਾ ਗਿਆ ਵੀ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਪਰ ਜਨਮ ਸਮੇਂ ਕਿਸੇ ਦਾ ਕੋਈ ਨਾਮ ਨਹੀਂ ਹੁੰਦਾ। ਅਨਾਮ ਹੈ, ਅਠਾਮ ਹੈ। ਮਾਂ ਦੇ ਸਰੀਰ ਵਿੱਚ 9 ਮਹੀਨੇ ਤੱਕ ਜਦੋਂ ਬੱਚਾ ਰਹਿੰਦਾ, ਉਹਨੂੰ ਕੋਈ ਪਤਾ ਨਹੀਂ ਮੇਰਾ ਕੀ ਨਾਮ ਹੈ। ਜਦੋਂ ਜਨਮ ਹੁੰਦਾ ਹੈ ਤੇ ਨਾਮ ਦਿੱਤਾ ਜਾਂਦਾ ਹੈ, ਨਾਮਕਰਨ ਕੀਤਾ ਜਾਂਦਾ ਹੈ, ਤੇ ਫਿਰ ਹੌਲੀ ਹੌਲੀ ਬੱਚਾ ਆਪਣੇ ਨਾਮ ਨੂੰ ਸੁਣਦਾ ਹੈ। ਉਹਦੀ ਮਾਂ ਉਹਨੂੰ ਆਵਾਜ਼ ਦਿੰਦੀ ਹੈ ਨਾਂ ਲੈ ਕੇ, ਉਹ ਨਾਮ ਛਪਦਾ ਜਾਂਦਾ ਉਹਦੇ ਅੰਦਰ। ਮਨ ਉਹਨੂੰ ਪਕੜਨਾ ਸ਼ੁਰੂ ਕਰ ਦਿੰਦਾ ਵੀ ਮੈਂ ਫਲਾਣਾ ਸਿੰਘ ਹਾਂ, ਮੈਂ ਫਲਾਣਾ ਰਾਮ ਹਾਂ। ਉਹਦੇ ਨਾਲ ਗਹਿਰੀ ਅਟੈਚਮੈਂਟ, ਮਨ ਜੁੜ ਜਾਂਦਾ ਵੀ ਮੈਂ ਆ ਹਾਂ। ਨਾਮ ਨਾਲ ਜ਼ਿੰਦਗੀ ਜੁੜ ਗਈ। ਹੁਣ ਨਾਮ ਤੋਂ ਬਿਨਾਂ ਸਰਦਾ ਵੀ ਨਹੀਂ, ਨਾਮ ਤੇ ਰੱਖਣਾ ਹੀ ਪਏਗਾ ਸੰਸਾਰ ਵਿੱਚ ਵਿਚਰਨ ਵਾਸਤੇ। ਪਰ ਉਹ ਆਰਜੀ ਸੀ, ਇੱਥੇ ਅਸੀਂ ਗਲਤੀ ਕਰ ਗਏ। ਉੱਥੋਂ ਹੀ ਗੁਮਾਨ ਸ਼ੁਰੂ ਹੋਇਆ। ਗੁਮਾਨ, ਹਉਮੈ। ਗੁਰਬਾਣੀ ਨੇ ਜਿਹਨੂੰ ਸਭ ਤੋਂ ਵੱਡਾ ਰੋਗ ਦੱਸਿਆ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਭ ਤੋਂ ਵੱਡੇ 2 ਰੋਗ ਨੇ, ਜਿਨ੍ਹਾਂ ਤੋਂ ਅੱਗੇ ਸਾਰੇ ਮਾਨਸਿਕ ਤੇ ਸਰੀਰਕ ਰੋਗ ਜਿਹੜੇ ਨੇ ਜਨਮ ਲੈਂਦੇ ਨੇ। ਉਹ ਕਿਹੜੇ ਨੇ? ਇੱਕ ਤ੍ਰਿਸ਼ਨਾ ਹੈ ਤੇ ਦੂਜਾ ਹਉਮੈ। ਤ੍ਰਿਸ਼ਨਾ ਨੂੰ ਵੱਡਾ ਰੋਗ ਕਿਹਾ ਤੇ ਹਉਮੈ ਨੂੰ ਦੀਰਘ ਰੋਗ ਕਿਹਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਤੇ ਅੱਜ ਜਿੰਨੇ ਅੱਗੇ ਸ਼ਲੋਕ ਆਏ ਨੇ ਉਹ ਸਾਰੇ ਮੌਤ ਨਾਲ ਸੰਬੰਧਿਤ ਨੇ। ਇਹ ਗਿਆਨੀਆਂ ਵਾਸਤੇ ਨਹੀਂ ਹਨ ਸ਼ਲੋਕ। ਇਹ ਸਾਡੇ ਵਰਗੇ ਸਰੀਰਕ ਤਲ ਤੇ ਜਿਹੜੇ ਜਿਉ ਰਹੇ ਆ ਉਹਨਾਂ ਨੂੰ ਦੱਸਿਆ ਵੀ ਤੂੰ ਕਿਹੜੀ ਮਿੱਟੀ ਨਾਲ ਮੋਹ ਪਾ ਕੇ ਬੈਠਾ। ਇਹ ਸਰੀਰ ਤਾਂ ਇੱਕ ਯੰਤਰ ਮਿਲਿਆ ਸੀ ਸੰਸਾਰ ਦੇ ਵਿੱਚ ਯਾਤਰਾ ਕਰਨ ਵਾਸਤੇ। ਗੱਡੀ ਸੀ ਤੇਰੇ ਕੋਲ, ਸਵਾਰੀ ਸੀ, ਤੇ ਤੂੰ ਇਹਦੇ ਨਾਲ ਇੰਨਾ ਜੁੜ ਗਿਆ, ਇਹ ਤੇਰਾ ਪਾਪ ਹੈ। ਤਾਂ ਨਾਮ ਕਰਕੇ ਹਉਮੈ ਸ਼ੁਰੂ ਹੁੰਦੀ ਜਦੋਂ ਸਾਡਾ ਨਾਮ ਟਿਕ ਜਾਂਦਾ। ਤੁਸੀਂ ਵੇਖੋ, ਸਾਡਾ ਜਦੋਂ ਨਾਂ ਆਉਂਦਾ, ਅਨਾਉਂਸ ਹੁੰਦਾ, ਤੇ ਬੰਦਾ ਰੀੜ ਦੀ ਹੱਡੀ ਸਿੱਧੀ ਕਰ ਲੈਂਦਾ ਵੀ ਮੇਰਾ ਨਾਮ ਬੋਲਿਆ ਗਿਆ ਸਪੀਕਰ ਵਿੱਚ। ਅੰਦਰ ਹਲਚਲ ਪੈਦਾ ਹੋ ਜਾਂਦੀ। ਸਾਡੇ ਨਾਂ ਦੇ ਨਾਲ ਕੋਈ ਗਾਲ ਪਾ ਕੇ ਲਿਖਦਾ ਤੇ ਬੰਦੇ ਨੂੰ ਰਾਤ ਨੀਂਦ ਨਹੀਂ ਆਉਂਦੀ, ਹਾਲਾਂਕਿ ਨਾਮ ਨਕਲੀ ਹੈ, ਅਸਲੀ ਨਹੀਂ। ਸਾਡੇ ਨਾਂ ਦੇ ਨਾਲ ਕੋਈ 4 ਉਸਤਤ ਦੇ ਲਫ਼ਜ਼ ਕਹਿ ਦੇ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ, ਪਰ ਇਹ ਨਾਮ ਨਕਲੀ ਹੈ, ਸਾਰਾ ਆਰਜੀ ਤੌਰ ਤੇ ਦਿੱਤਾ ਗਿਆ।
ਨਾਂ ਤੇ ਹੈ ਹੀ ਕੋਈ ਨਹੀਂ ਸਾਡਾ ਕੋਈ, ਨਾ परमात्मा ਦਾ ਕੋਈ ਨਾਮ ਹੈ, ਨਾ ਮਨੁੱਖ ਦਾ ਕੋਈ ਨਾਮ ਹੈ। ਮਨੁੱਖ ਮਨੁੱਖ ਹੈ, परमात्मा सिर्फ परमात्मा। ਨਾਮ ਕਿਉਂ ਦਿੱਤਾ ਪਰਮੇਸ਼ਰ ਦਾ? ਨਾਮ ਜਪ ਜਪ ਕੇ ਉਸ ਨਾਮ ਤੱਕ ਜਾਣਾ ਜਿੱਥੇ ਕੋਈ ਨਾਂ ਨਹੀਂ। ਤੁਸੀਂ ਜਾਪ ਸਾਹਿਬ ਪੜ੍ਹੋ, ਕਲਗੀਧਰ ਪਾਤਸ਼ਾਹ ਦੀ ਬਾਣੀ, ਕਿੰਨੇ ਨਾਮ ਨੇ ਉਹਦੇ ਵਿੱਚ। ਕੀਰਤਮ ਨਾਮ ਕਿੰਨੇ ਨੇ। ਅਨਾਮ ਹੈ, ਅਠਾਮ ਹੈ, ਅਕਰਮ ਹੈ, ਅਭਰਮ ਹੈ। ਇਹ ਕਲਗੀਧਰ ਪਾਤਸ਼ਾਹ ਨੇ ਤਕਰੀਬਨ 199 ਛੰਦ ਜਾਪ ਸਾਹਿਬ ਵਿੱਚ ਲਿਖੇ। 200 ਨੰਬਰ ਨਹੀਂ ਲਿਖਿਆ, ਇੱਕ ਛੱਡ ਦਿੱਤਾ ਵਿੱਚੋਂ, 199 ਲਿਖੇ ਨੇ। ਮੈਂ ਕਿਸੇ ਮੁਸਲਮਾਨ ਵੀਰ ਤੋਂ ਇਹ ਸੁਣਿਆ ਵੀ ਕੁਰਾਨ ਦੇ ਵਿੱਚ ਵੀ ਇਸ ਤਰ੍ਹਾਂ ਦੇ ਨੰਬਰ ਨੇ ਕਿ ਜਦੋਂ ਕੋਈ ਵੀ ਉੱਥੇ ਉਹਨਾਂ ਦੀ ਆਇਤ ਜਿਹੜੀ ਹੈ ਜਦੋਂ 100 ਤੇ ਜਾਂਦੀ ਹੈ ਤੇ 99 ਤੇ ਰੋਕ ਦਿੰਦੇ। ਕਈ ਥਾਵਾਂ ਤੇ ਕੁਰਾਨ ਵਿੱਚ ਇਸ ਤਰ੍ਹਾਂ ਹੈ। ਮੈਂ ਪੜ੍ਹਿਆ ਨਹੀਂ, ਮੈਂ ਸੁਣਨ ਦੇ ਆਧਾਰ ਤੇ ਕਹਿ ਰਿਹਾ, ਕਿਉਂਕਿ ਅੱਜ ਕੱਲ੍ਹ ਇਨਕੁਆਰੀ ਦਾ ਯੁੱਗ ਜ਼ਿਆਦਾ ਹੈ ਤੇ ਉਸ ਗੁੱਠੋਂ ਇਨਕੁਆਰੀ ਜ਼ਿਆਦਾ ਹੁੰਦੀ ਹੈ ਜਿੱਥੇ ਗਲਤੀ ਹੋਵੇ। ਬਾਕੀ ਭਾਵੇਂ ਸਾਰਾ ਘੰਟਾ ਠੀਕ ਲੱਗੇ, ਉਹਨੂੰ ਕੋਈ ਨਹੀਂ ਸੁਣਦਾ। ਅੱਜ ਦਾ ਸੰਸਾਰ ਦਾ ਵਿਸ਼ਾ ਹੀ ਇਹ ਬਣ ਗਿਆ, ਕਿਉਂਕਿ ਬਿਰਤੀ ਦੇ ਮੁਤਾਬਕ ਹੈ। ਮੈਂ ਸੁਣੀ ਗੱਲ ਕਹਿ ਰਿਹਾ ਵੀ ਇੱਕ ਅੰਗ ਘੱਟ ਕੀਤਾ ਜਾਂਦਾ। ਇਸ ਤਰ੍ਹਾਂ ਹੀ ਜਾਪ ਸਾਹਿਬ ਦੇ ਵਿੱਚ ਸਵਾਲ ਖੜਾ ਹੁੰਦਾ ਵੀ ਕਲਗੀਧਰ ਪਾਤਸ਼ਾਹ ਨੇ 199 ਲਿਖੇ ਤੇ ਤੁਸੀਂ ਆਮ ਵੇਖਿਆ ਹੋਣਾ ਵੀ ਜਦੋਂ ਅਸੀਂ ਕਿਸੇ ਨੂੰ 200 ਰੁਪਈਆ ਦੇਣਾ ਹੈ ਤੇ ਅਸੀਂ ਕਦੀ ਇਹ ਨਹੀਂ ਯਤਨ ਕਰਦੇ ਵੀ ਇੱਕ ਰੁਪਈਆ ਵਿੱਚੋਂ ਘੱਟ ਕਰਕੇ ਦਈਏ, 199 ਦੇ ਦੀ। ਕਹਿੰਦਾ 100 200 ਪੂਰਾ ਦਿਓ। 199 ਕਿਉਂ ਜਾਪ ਸਾਹਿਬ ਦੇ ਵਿੱਚ? ਕਿਉਂਕਿ ਕਲਗੀਆਂ ਵਾਲੇ ਨੇ 199 ਲਿਖ ਕੇ 200 ਨੰਬਰ ਵਾਲਾ ਛੰਦ ਨਹੀਂ ਲਿਖਿਆ ਤੇ ਇਸ਼ਾਰਾ ਕੀਤਾ ਵੀ ਇਸ 199 ਨੂੰ ਜਪ ਕੇ, ਇਹਨੂੰ ਕਮਾ ਕੇ ਉਸ ਛੰਦ ਨੂੰ ਲੱਭ ਲੈ ਜਿੱਥੇ ਕੋਈ ਨਾਮ ਨਹੀਂ, ਜਿੱਥੇ ਕੋਈ ਨਾਂ ਤੋਂ ਬਿਨਾਂ ਹੀ ਹੈ ਪਰਮੇਸ਼ਰ ਬਸ। ਅਨੂਪ ਹੈ, ਅਰੂਪ ਹੈ, ਅਨਾਮ ਹੈ, ਅਠਾਮ ਹੈ, ਕੋਈ ਨਾਂ ਨਹੀਂ, ਉਹਦਾ ਕੋਈ ਖਾਸ ਘਰ ਨਹੀਂ। ਇਹ ਤਾਂ ਮਜਬੂਰਨ ਸਾਨੂੰ ਕਰਨਾ ਪਿਆ ਵੀ ਆਹ ਰੱਬ ਦਾ ਘਰ ਹੈ, ਆਹ ਹਰੀ ਦਾ ਮੰਦਰ ਹੈ। ਉਹਦਾ ਤੇ ਮੰਦਰ ਸਾਰੀ ਥਾਵਾਂ ਤੇ ਕੋਈ ਥਾਂ ਬਚੇ ਨਹੀਂ ਉਹਦੇ ਮੰਦਰ ਤੋਂ ਬਿਨਾਂ। ਉਹ ਤੇ ਅਮਜਬ ਹੈ, ਕੋਈ ਮਜਬ ਨਹੀਂ ਉਹਦਾ, ਕੋਈ ਮਜਬ ਨਹੀਂ ਪਰਮੇਸ਼ਰ ਦਾ। ਔਰੰਗਜ਼ੇਬ ਦੇ ਨਾਲ ਗੁਰੂ ਸਾਹਿਬ ਦੀ ਇਹ ਵਾਰਤਾ ਹੋਈ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ। ਉਹ ਕਹਿੰਦੇ ਵੀ ਇਸਲਾਮ ਇਹ ਥੋੜੀ ਕਹਿੰਦਾ ਜੋ ਕੁਝ ਤੂੰ ਕਰ ਰਿਹਾ। ਆਮ ਤੌਰ ਤੇ ਬਹੁਤੇ ਧਰਮ ਹੀ ਦੁਨੀਆ ਵਿੱਚ ਐਸੇ ਨੇ ਜਿਨ੍ਹਾਂ ਦੇ ਅਰਥ ਤਬਦੀਲ ਕਰ ਦਿੱਤੇ ਜਾਂਦੇ ਨੇ। ਜਿਹੜਾ ਕਾਜੀ ਗੁਰੂ ਸਾਹਿਬ ਨੂੰ ਫਤਵਾ ਸੁਣਾਉਂਦਾ ਹੈ, ਤੁਸੀਂ ਕਦੀ ਵੇਖੋ ਕਿੰਨਾ ਹੰਕਾਰੀ ਹੈ। ਕਾਜੀ ਵਹਾਬ ਵੋਰਾ, ਬੜਾ ਸਖਤ ਪੱਥਰ ਦਿਲ। ਤੇ ਧਾਰਮਿਕ ਬੰਦੇ ਦੇ ਦੋ ਰਸਤੇ ਨੇ, ਧਾਰਮਿਕ ਪੁਜਾਰੀ ਦੇ, ਨਾਮ ਜਪਣ ਵਾਲੇ ਦੇ ਦੋ ਰਾਹ ਨੇ। ਜੇ ਤੇ ਹੋਣ ਲੱਗਾ ਨਰਮ, ਫਿਰ ਤੇ ਰੱਬ ਵਰਗਾ ਬਣ ਜਾਂਦਾ ਹੈ, ਤੇ ਜੇ ਧਾਰਮਿਕ ਪੁਜਾਰੀ ਸਖਤੀ ਵੱਲ ਤੁਰ ਪਿਆ ਤੇ ਪੱਥਰ ਤੋਂ ਵੀ ਸਖਤ ਹੋ ਜਾਂਦਾ ਹੈ। ਤੁਸੀਂ ਇਤਿਹਾਸ ਤਵਾਰੀਖ ਖੋਲ ਕੇ ਵੇਖ ਲਓ, ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿਹਦੇ ਕਰਕੇ ਹੋਈ ਸੀ? ਸਾਹਿਬਜ਼ਾਦਿਆਂ ਦੀ ਸ਼ਹਾਦਤ ਵਜੀਦ ਖਾਨ ਕਰਕੇ ਨਹੀਂ ਹੋਈ, ਉਸ ਕਾਜੀ ਕਰਕੇ ਹੋਈ ਸੀ, ਉਸ ਸੁੱਚੇ ਨੰਦ ਕਰਕੇ ਹੋਈ ਸੀ। ਫਤਵਾ ਉਹਨੇ ਦਿੱਤਾ ਸੀ। ਵਜੀਦ ਖਾਨ ਤੇ ਮੰਨ ਗਿਆ ਸੀ ਵੀ ਬੱਚੇ ਨੇ, ਇਸਲਾਮ ਇਜਾਜ਼ਤ ਨਹੀਂ ਦਿੰਦਾ ਇੰਨੀ ਉਮਰ ਦੇ ਬੱਚਿਆਂ ਨੂੰ ਸਜ਼ਾ ਦੇਣਾ, ਇਸਲਾਮ ਇਜਾਜ਼ਤ ਨਹੀਂ ਦਿੰਦਾ। ਪਰ ਕਾਜੀ ਸਾਹਿਬ ਕੋਲ ਖੜੇ ਸੀ। ਉਹ ਕਹਿੰਦੇ ਜਹਾਂ ਪਨਾਹ ਨਵਾਬ ਸਾਹਿਬ, ਗੱਲ ਕਿਹੜੀ ਹੈ? ਕੁਰਾਨ ਆਪਣੇ ਹੱਥ ਵਿੱਚ, ਦੱਸੋ ਕਿੱਥੋਂ ਬਦਲਣਾ? ਹੁਣੇ ਬਦਲ ਦਿੰਦੇ ਆ। ਇਹ ਸਭ ਵਿੱਚ ਹੁੰਦਾ ਹੈ, ਸਾਡੇ ਵਿੱਚ ਵੀ ਹੁੰਦਾ ਹੈ। ਬਦਲਣ ਵਿੱਚ ਰਸ ਬੜਾ ਹੈ, ਆਨੰਦ ਬੜਾ ਹੈ। ਉੱਥੇ ਆਪਣੀ ਹਉਮੈ ਕੰਮ ਕਰਦੀ ਹੈ। ਉਹਨੇ ਸਭ ਬਦਲ ਦਿੱਤਾ ਵੀ ਇਸ ਤਰ੍ਹਾਂ ਵੀ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ ਹੈ। ਕੱਢੀ ਲਾਲ ਕਿਤਾਬ। ਜੇ ਸਾਹਿਬਜ਼ਾਦਿਆਂ ਦਾ ਕਤਲ ਹੋਇਆ, ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਤੇ ਕਿਸੇ ਰਾਜਨੀਤਿਕ ਕਰਕੇ ਨਹੀਂ ਹੋਈ, ਵਜੀਦ ਖਾਨ ਕਰਕੇ ਨਹੀਂ ਹੋਈ, ਉਸ ਤਵੱਸਵੀ ਕੱਟੜ ਉਸ ਕਾਜੀ ਕਰਕੇ ਹੋਈ ਹੈ। ਦੁਨੀਆ ਦਾ ਪਿੱਛੋਂ ਲੈ ਕੇ ਇਤਿਹਾਸ ਖੋਲ ਕੇ ਵੇਖ ਲਓ, ਤਵਾਰੀਖ ਖੋਲ ਕੇ ਵੇਖ ਲਓ, ਜਦੋਂ ਵੀ ਇੱਥੇ ਕਤਲੋ ਗਲਤ ਹੋਈ ਹੈ ਜਾਂ ਕੋਈ ਕੰਮ ਗਲਤ ਹੋਇਆ, ਉਹ ਰਾਜਨੀਤਿਕ ਬੰਦਿਆਂ ਕਰਕੇ ਬਹੁਤ ਘੱਟ ਹੋਇਆ। ਕੀ ਤੁਸੀਂ ਸੋਚਦੇ ਹੋ ਵੀ ਔਰੰਗਜ਼ੇਬ ਇਕੱਲਾ ਰਾਜਨੀਤਿਕ ਸੀ? ਨਹੀਂ, ਔਰੰਗਜ਼ੇਬ ਸਿਰੇ ਦਾ ਸ਼ਰਈ ਸੀ, ਨਮਾਜ਼ੀ ਸੀ, ਬੜਾ ਸਖਤ ਸੀ ਆਪਣੇ ਧਰਮ ਦੇ ਵਿੱਚ, ਪਰ ਧਰਮ ਉਹਦੇ ਕੋਲ ਕੋਈ ਨਹੀਂ ਸੀ। ਤੇ ਫਿਰ ਉਹਦੇ ਨਾਲ ਦੇ ਕਾਜੀ ਮੁੱਲਾ ਉਹਦੇ ਤੋਂ ਵੀ ਸਖਤ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਹੋਈ? ਇੱਕ ਕਾਜੀ ਦਾ ਹੱਥ ਪਿੱਛੇ ਉਹਨੇ ਕੀਤਾ।
ਤਾਂ ਬੇਨਤੀ ਕਰ ਰਿਹਾ ਸੀ ਵੀ ਧਰਮ ਜਿਹੜਾ ਹੁੰਦਾ ਨਾ ਉਹਦੀ ਅਸਲੀਅਤ ਹੁੰਦੀ ਹੈ ਨਾਮ ਸਿਮਰਨ, ਨਾਮ ਦੇ ਵਿੱਚ ਜੁੜਨਾ, ਬੰਦਗੀ ਵਿੱਚ ਸਾਂਝ ਪਾਉਣੀ। ਪਰ ਜਿਉਂ-ਜਿਉਂ ਧਰਮ ਅੱਗੇ ਵੱਧਦਾ ਉਹ ਸਿਰਫ ਸ਼ਰ੍ਹਾ ਰਹਿ ਜਾਂਦਾ, ਸਿਰਫ ਮਰਿਆਦਾ ਰਹਿ ਜਾਂਦਾ। ਸ਼ਰ੍ਹਾ ਇਸਲਾਮ ਵਿੱਚ ਕਹਿੰਦੇ ਨੇ, ਸਿੱਖਾਂ ਵਿੱਚ ਉਹਨੂੰ ਮਰਿਆਦਾ ਕਹਿ ਦਿੰਦੇ ਨੇ, ਸਿਸਟਮ ਕਹਿ ਦਿੰਦੇ ਨੇ। ਹੌਲੀ ਹੌਲੀ ਕੀ ਹੁੰਦਾ ਹੈ, ਸਾਰੇ ਧਰਮ ਸ਼ਰ੍ਹਾ ਵਿੱਚ ਹੀ ਵੱਜ ਜਾਂਦੇ ਨੇ। ਸ਼ਰ੍ਹਾ, ਕੱਟੜ ਸ਼ਰ੍ਹਾ, ਸ਼ਰ੍ਹਾ ਕੱਟੜ ਮਰਿਆਦਾ। ਬਸ ਉਹਦੇ ਆਲੇ ਦੁਆਲੇ ਸਾਰੀਆਂ ਚੀਜ਼ਾਂ ਘੁੰਮਦੀਆਂ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਹੰਕਾਰ ਜਨਮਿਆ ਕਿੱਥੋਂ ਹੈ, ਜਿਹਦੇ ਕਰਕੇ ਕੀ ਹੁੰਦਾ ਹੈ, ਸਾਰੇ ਧਾਰਮਿਕ ਕਰਮ ਵਿਅਰਥ ਹੋ ਜਾਂਦੇ ਨੇ। ਕਿਵੇਂ? ਹਜੂਰ ਉਦਾਹਰਨ ਦੇ ਰਹੇ ਨੇ, ਕਹਿੰਦੇ ਜਿਵੇਂ ਇੱਕ ਹਾਥੀ ਇਸ਼ਨਾਨ ਕਰਨ ਵਾਸਤੇ ਗਿਆ। ਹਾਥੀ ਬਾਹਰ ਨਿਕਲਿਆ, ਪਿੰਡ ਤੋਂ ਬਾਹਰ ਨਦੀ ਤੇ ਗਿਆ। ਨਦੀ ਵਿੱਚ ਵੜ ਕੇ ਉਹਨੇ ਆਪਣੀ ਸੁੰਡ ਦੇ ਨਾਲ, ਹਾਥੀ ਦੀ ਜਿਹੜੀ ਸੁੰਡ ਹੁੰਦੀ ਹੈ, ਉਹ ਨਦੀ ਦੇ ਵਿੱਚ ਵੜ ਗਿਆ। ਤੇ ਉਹ ਤੁਸੀਂ ਕਦੀ ਹਾਥੀ ਨੂੰ ਨਹਾਉਂਦੇ ਨੂੰ ਵੇਖੋ, ਉਹ ਆਪਣੀ ਸੁੰਡ ਵਿੱਚ ਪਾਣੀ ਭਰ ਲੈਂਦਾ ਤੇ ਫਿਰ ਖਿੱਚ ਕੇ ਆਪਣੇ ਸਰੀਰ ਤੇ ਮਾਰਦਾ। ਹੱਥ ਪੈਰ ਤੇ ਉਹਦੇ ਹੈ ਨਹੀਂ ਮਲਣ ਵਾਸਤੇ, ਆਪਣੇ ਸਰੀਰ ਤੋਂ ਮਿੱਟੀ ਲਾਉਂਦਾ ਹੈ। ਆਪਣੀ ਸੁੰਡ ਵਿੱਚ ਪਾਣੀ ਭਰਿਆ, ਫਿਰ ਖਿੱਚ ਕੇ ਮਾਰਿਆ, ਨਹਾ ਧੋ ਕੇ ਐਨ ਵਧੀਆ ਨਿਕਲਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜਦੋਂ ਬਾਹਰ ਨਿਕਲਿਆ, ਜਿਹੜੀ ਸੁੰਡ ਵਿੱਚ ਪਾਣੀ ਭਰ ਕੇ ਪਾਉਂਦਾ ਸੀ ਸਰੀਰ ਤੇ, ਉਸੇ ਸੁੰਡ ਵਿੱਚ ਮਿੱਟੀ ਭਰ ਕੇ ਸਰੀਰ ਤੇ ਪਾ ਲਈ। ਸੁੰਡ ਇੱਕੋ ਹੀ ਹੈ, ਧਿਆਨ ਰੱਖਣਾ, ਮੂੰਹ ਇੱਕੋ ਹੀ ਹੈ ਉਹਦਾ। ਜਿਹਦੇ ਨਾਲ ਪਾਣੀ ਪਾਉਂਦਾ ਸੀ ਉਹਦੇ ਨਾਲ ਮਿੱਟੀ ਪਾਉਂਦਾ। ਇੱਥੇ ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਕਿਉਂ ਦੇ ਰਹੇ ਨੇ? ਉਹ ਕਹਿੰਦੇ ਨੇ ਜਿਹੜੇ ਸੁੰਡ ਨਾਲ ਉਹ ਪਾਣੀ ਪਾ ਕੇ ਪਵਿੱਤਰ ਹੋਇਆ ਸੀ, ਉਸੇ ਸੁੰਡ ਨਾਲ ਮਿੱਟੀ ਭਰ ਕੇ ਅਪਵਿੱਤਰ ਹੋਇਆ ਹੈ। ਧਾਰਮਿਕ ਬੰਦਾ ਕੀ ਕਰਦਾ? ਜਿਹੜੇ ਮੂੰਹ ਨਾਲ ਪਾਠ ਕਰਕੇ ਪਵਿੱਤਰ ਹੁੰਦਾ ਹੈ, ਉਸੇ ਮੂੰਹ ਨਾਲ ਨਿੰਦਿਆ ਕਰਕੇ ਅਪਵਿੱਤਰ ਹੋ ਜਾਂਦਾ। ਮੂੰਹ ਇੱਕੋ ਹੀ ਹੈ, ਮੂੰਹ ਦੋ ਨਹੀਂ ਹਨ, ਇੱਕੋ ਚੀਜ਼ ਹੈ। ਆ ਹੀ ਰਸਨਾ ਹੈ। ਇੰਨੇ ਹੀ ਸਵੇਰੇ ਜਪਜੀ ਸਾਹਿਬ ਪੜ੍ਹਨਾ ਹੈ, ਤੇ ਜਪਜੀ ਸਾਹਿਬ ਨੂੰ ਤੇ ਵਿਚਾਰੇ ਨੂੰ 10 ਕੁ ਮਿੰਟ ਦੇਣੇ ਆ, ਤੇ ਬਾਕੀ ਦੇ 23.5 ਘੰਟੇ ਤੇ ਫਿਰ ਖੈਰ ਨਹੀਂ ਕਿਸੇ ਦੀ, ਜਿਹੜਾ ਅੱਗੇ ਆ ਗਿਆ। ਘਰੋਂ ਆ ਜਾਏ, ਕੋਈ ਬਾਹਰੋਂ ਆ ਜਾਏ, ਕਿਤੇ ਲੱਭਣਾ ਚਾਹੀਦਾ ਬਸ। ਹੁਣ ਉਹ ਜਪਜੀ ਸਾਹਿਬ ਤੇ ਵਿਚਾਰਾ ਕੋਨੇ ਵਿੱਚ ਲੱਗਾ ਹੋਇਆ ਥੋੜੇ ਜਿਹੇ, ਬਾਕੀ ਜ਼ਿੰਦਗੀ 23.5 ਘੰਟੇ ਜਿਹੜੇ ਨੇ ਉਹ ਕੀ ਕਰੇਗਾ? ਵਰਤੋਂ ਵਿਹਾਰ ਕੀ ਹੈ? ਗੁਰੂ ਸਾਹਿਬ ਕਹਿੰਦੇ ਭਗਤ ਜਨਾ ਕੀ ਬਰਤਨ ਨਾਮ। ਜਿਹੜੇ ਪਰਮੇਸ਼ਰ ਦੇ ਸਹੀ ਪਿਆਰੇ ਸੱਚੇ ਨੇ ਨਾ ਭਗਤ, ਉਹਨਾਂ ਦੀ ਵਰਤੋਂ ਵਿੱਚ ਧਰਮ ਆ ਜਾਂਦਾ ਹੈ, ਸਾਡੇ ਨੇਮ ਵਿੱਚ ਰਹਿੰਦਾ ਹੈ। ਨੇਮ ਥੋੜਾ ਚਿਰ ਹੁੰਦਾ ਹੈ, ਨੇਮ ਮਾੜਾ ਨਹੀਂ ਹੈ। ਨੇਮ ਕਰਨਾ ਬੜਾ ਜ਼ਰੂਰੀ ਹੈ। ਨੇਮ ਤੋਂ ਬਿਨਾਂ ਜ਼ਿੰਦਗੀ ਸ਼ੁਰੂ ਨਹੀਂ ਹੁੰਦੀ, ਪ੍ਰੇਮ ਸ਼ੁਰੂ ਨਹੀਂ ਹੁੰਦਾ, ਨੇਮ ਆਰੰਭਤਾ। ਪਰ ਨੇਮ ਕੱਲਾ ਕਰ ਲੈਣਾ ਤੇ ਉਹਨੂੰ ਵੱਖਰੇ ਰੱਖਣਾ, ਆਪਣੇ ਆਪ ਨੂੰ ਵੱਖਰੇ ਰੱਖਣਾ, ਨੇਮ ਨੂੰ ਕਿੱਲੀ ਤੇ ਟੰਗ ਦੇਣਾ ਬਾਅਦ ਵਿੱਚ, ਨਾ ਉਹਦੇ ਕਹੇ ਤੇ ਕੋਈ ਕੰਮ ਕਰਨਾ, ਉਹ ਹੀ ਸਾਰਾ ਦਿਨ ਨਿੰਦਿਆ, ਉਹ ਹੀ ਸਭ ਕੁਝ। ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਥੋੜੇ ਜਿਹਾ ਖੁੱਲ ਕੇ ਗੱਲ ਕਰਦੇ ਨੇ। ਵੇਖੋ, ਮੈਂ ਕਈ ਵਾਰੀ ਸੋਚਣਾ ਵੀ ਇੱਥੇ ਵਰਤ ਲਿਖਿਆ ਹੋਇਆ। ਹੁਣ ਵਰਤ ਜਿਹੜਾ ਹੈ, ਗੁਰਸਿੱਖੀ ਦੇ ਵਿੱਚ ਵਰਤ ਦਾ ਖੰਡਨ ਇਹ ਮਨਾਹੀ ਹੈ ਵੀ ਸਿੱਖ ਵਰਤ ਨਹੀਂ ਰੱਖ ਸਕਦਾ। ਸ਼ਰੇਆਮ ਗੁਰਬਾਣੀ ਦੇ ਵਿੱਚ ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ, ਗਦ ਹੀ ਹੋਏ ਕੈ ਅਉਤਰੈ ਭਾਰ ਸਹਿ ਮਨ ਚਾਰ। ਜੀਵਤ ਪਿੱਤਰ ਨਾ ਮਾਨੈ ਕੋ ਮੂਵੇ, ਸ਼ਰਾਧ ਕਰਾਈ, ਸ਼ਰਾਧ ਦਾ ਵੀ ਖੰਡਨ ਹੈ, ਵਰਤ ਦਾ ਵੀ ਖੰਡਨ ਹੈ। ਸਿੱਖ ਵਰਤ ਨਹੀਂ ਰੱਖ ਸਕਦਾ। ਜੇ ਵਰਤ ਰੱਖਦਾ ਤੇ ਉਹ ਸਿੱਖ ਨਹੀਂ। ਹਾਂ, ਜੇ ਸਰੀਰਕ ਹਕੀਮ ਨੂੰ ਪੁੱਛੋ ਤੇ ਉਹ ਜ਼ਰੂਰ ਕਹਿੰਦੇ ਨੇ, ਉਹ ਇੱਕ ਸਰੀਰ ਦਾ ਇਲਾਜ ਹੈ। ਉਹ ਕਹਿੰਦੇ ਵੀ ਮਹੀਨੇ ਵਿੱਚ ਘੱਟੋ ਘੱਟ ਇੱਕ ਦਿਨ 24 ਘੰਟੇ ਬੰਦੇ ਨੂੰ ਭੁੱਖਾ ਰਹਿਣਾ ਚਾਹੀਦਾ, ਤਾਂ ਕਿ ਸਰੀਰ ਦੀ ਕਿਰਿਆ ਠੀਕ ਹੋ ਜਾਏ। ਤੰਦਰੁਸਤੀ ਵਾਸਤੇ ਕੀ ਹੈ ਕਿ ਇੱਕ ਮਹੀਨੇ ਵਿੱਚ ਇੱਕ ਦਿਨ ਭੁੱਖੇ ਰਹਿਣਾ, ਕੁਝ ਨਹੀਂ ਖਾਣਾ। ਇਹ ਸਾਨੂੰ ਅਭਿਆਸ ਕਰਨਾ ਚਾਹੀਦਾ ਸਰੀਰ ਦੀ ਤੰਦਰੁਸਤੀ ਵਾਸਤੇ। ਪਰ ਇਹ ਕੋਈ ਧਾਰਮਿਕ ਕਰਮ ਨਹੀਂ ਹੈ, ਇਹ ਇੱਕ ਵਰਤ ਦਾ ਮਤਲਬ ਹੈ। ਗੁਰਬਾਣੀ ਵਿੱਚ ਵਰਤ ਦੇ ਅਰਥ ਹੋਰ ਨੇ। ਲੋੜ ਮਾਤਰ ਸੰਜਮ ਵਿੱਚ, ਮਰਿਆਦਾ ਵਿੱਚ ਜੀਵਨ ਨੂੰ ਲਿਆਉਣਾ। ਹੁਣ ਮਹਾਰਾਜ ਖੁੱਲ ਕੇ ਬੋਲਦੇ ਨੇ, ਅਸੀਂ ਵਰਤ ਦਾ ਨਾਮ ਨਹੀਂ ਲਵਾਂਗੇ ਇੱਥੇ, ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਉਹਨਾਂ ਵਾਸਤੇ ਵੀ ਇਹ ਜਿਹੜੇ ਵਰਤ ਰੱਖ ਰਹੇ ਨੇ। ਧਿਆਨ ਦੇਣਾ, ਹਿੰਦੂ ਮਤ ਦੇ ਵਿੱਚ ਵਰਤ ਦਾ ਸੰਵਿਧਾਨ ਹੈ, ਉਹ ਵਰਤ ਰੱਖਦੇ ਨੇ। ਮੁਸਲਮਾਨ ਮਤ ਦੇ ਵਿੱਚ ਰੋਜ਼ੇ ਦਾ ਸੰਵਿਧਾਨ ਹੈ,
ਉਹ ਉਹਨਾਂ ਨੂੰ ਵੀ ਉਪਦੇਸ਼ ਦੇ ਰਹੇ ਨੇ। ਅਸੀਂ ਇੱਥੇ ਭੁੱਲ ਜਾਂਦੇ ਹਾਂ ਵੀ ਗੁਰੂ ਸਾਹਿਬ ਦਾ ਉਪਦੇਸ਼ ਸਿੱਖਾਂ ਵਾਸਤੇ ਵੀ ਤੇ ਦੂਸਰੇ ਧਰਮਾਂ ਵਾਸਤੇ ਵੀ ਹੈ। ਸਤਿਗੁਰੂ ਜੀ ਇੱਥੇ ਬਚਨ ਕਰ ਰਹੇ ਨੇ ਵੀ ਇੱਕ ਪਾਸੇ ਤਾਂ ਤੂੰ ਪਾਠ ਕਰ ਰਿਹਾ, ਇੱਕ ਪਾਸੇ ਤੇ ਤੂੰ ਅੰਮ੍ਰਿਤ ਵੇਲੇ ਉੱਠਣਾ, ਇੱਕ ਪਾਸੇ ਤੇ ਤੂੰ ਸਭ ਕੁਝ ਕਰਨਾ, ਤੇ ਮੈਂ ਆਪਣੀਆਂ ਅੱਖਾਂ ਨਾਲ ਬੰਦੇ ਵੇਖੇ, ਮੈਂ ਆਪ ਵੀ ਵਿੱਚ ਉਹਨਾਂ ਦੇ ਆਉਣਾ। ਪੂਰਾ ਨੇਮ, ਪੂਰਾ ਸਿਸਟਮ, ਸਭ ਕੁਝ। ਪਰ ਜਦੋਂ ਵਰਤੋਂ ਵਿਹਾਰ ਕਰੋ ਉੱਥੇ ਸਿੱਖੀ ਲੱਭਦੀ ਕੋਈ ਨਹੀਂ। ਟੁੱਬੀ ਮਾਰ ਕੇ ਵੀ ਕਹਿ ਲਓਗੇ, ਜੇ ਕਹੋ ਨਾ ਵੀ ਟੁੱਬੀ ਮਾਰ ਕੇ ਇਸ ਬੰਦੇ ਦੇ ਜੀਵਨ ਵਿੱਚੋਂ ਤੁਸੀਂ ਸਿੱਖੀ ਲੱਭਣ ਜਾਓ ਤੇ ਤੁਸੀਂ ਚੁੱਭੀ ਲਾ ਕੇ ਵੀ ਜਾਓਗੇ, ਸਿੱਖੀ ਨਾਂ ਦੀ ਕੋਈ ਚੀਜ਼ ਨਹੀਂ ਲੱਭੇਗੀ ਉੱਥੋਂ। ਹੁਣ ਇੱਥੇ ਧਿਆਨ ਦੇਣਾ ਸਾਧ ਸੰਗਤ ਜੀ। ਇੱਥੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ। ਇੱਕ ਇੱਥੇ ਭੁਲੇਖਾ ਪਏਗਾ, ਉਹਨਾਂ ਲੋਕਾਂ ਨੂੰ ਇੱਥੋਂ ਸਹੂਲਤ ਮਿਲ ਜਾਏਗੀ ਜਿਹੜੇ ਇਹ ਅਖਾਣ ਪਾਉਂਦੇ ਨੇ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀਏ। ਉਹਨਾਂ ਨੂੰ ਆਹ ਜਿਹੜੀ ਗੱਲ ਮੈਂ ਕਰ ਰਿਹਾ ਨਾ, ਹੁਣ ਟੀਵੀ ਬੜੀ ਦੂਰ ਗੱਲ ਜਾ ਰਹੀ ਹੈ, ਉਹ ਕਹਿਣਗੇ ਜੀ ਕਿੱਧਰ ਚੱਲੇ ਹੋ ਗੁਰਦੁਆਰੇ, ਹਾਥੀ ਵਾਲੇ ਕੰਮ ਕਰ ਰਹੇ ਹੋ, ਕਿਉਂਕਿ ਹਾਥੀ ਦੀ ਕਥਾ ਚੱਲ ਰਹੀ ਹੈ, ਹਾਥੀ ਨਹਾ ਕੇ ਮਿੱਟੀ ਪਾ ਲੈਂਦਾ। ਇੱਥੇ ਇੱਕ ਹੋਰ, ਕਿਉਂਕਿ ਬੜੀ ਤੈਅ ਵਿੱਚ ਇਹ ਗੱਲ, ਮੈਂ ਤਾਂ ਕਈ ਵਾਰੀ ਕਿਹਾ ਕਰਨਾ, ਬੇਨਤੀ ਕਰਿਆ ਕਰਨਾ ਵੀ ਜੇ ਤੁਸੀਂ ਕਥਾ ਸੁਣਨੀ ਹੈ ਤੇ ਸਭ ਕੁਝ ਬੰਦ ਕਰਕੇ ਤੇ ਸਾਹ ਰੋਕ ਕੇ ਘੰਟਾ ਸੁਣੋ, ਨਹੀਂ ਤੇ ਨਾ ਸੁਣੋ, ਨਹੀਂ ਤੇ ਤੁਹਾਨੂੰ ਸ਼ੰਕੇ ਪੈ ਜਾਣੇ, ਬਹੁਤ ਸਾਰੇ ਪੈਂਦੇ ਨੇ। ਆ ਜਿਹੜੇ ਬਾਅਦ ਵਿੱਚ ਆਉਂਦੇ ਨਾ ਵੀ ਆਹ ਕੀ ਬੋਲ ਦਿੱਤਾ ਜੀ, ਆਹ ਕੀ, ਉਹਦਾ ਮਤਲਬ ਇਹੀ ਹੈ ਉਹਦੀ ਤੈਅ ਵਿੱਚ ਉਹ ਬੰਦਾ ਗਿਆ ਹੀ ਨਹੀਂ, ਉਹਨੇ ਉਹਨੂੰ ਸੁਣਿਆ ਹੀ ਨਹੀਂ ਵੀ ਉਹ ਕਾਹਦੇ ਵਾਸਤੇ ਸੀ। ਉਹਨੇ ਥੋੜਾ ਜਿਹਾ ਵਿੱਚੋਂ ਨੁਕਤਾ ਕੱਢ ਲਿਆ ਵੀ ਆਹ ਗੱਲ ਤਾਂ ਬਹੁਤ ਗਲਤ ਗੱਲ ਕਹਿ ਦਿੱਤੀ, ਉਹ ਕਿਹੜੇ ਸੰਬੰਧ ਵਿੱਚ ਕਹੀ ਸੀ ਉੱਥੇ ਨਹੀਂ ਜਾਂਦਾ ਉਹ। ਇਹਦਾ ਅਰਥ ਇਹ ਨਾ ਕੱਢਣਾ ਕਿ ਜਿੰਨਾ ਚਿਰ ਤੁਸੀਂ ਪਵਿੱਤਰ ਨਹੀਂ ਹੁੰਦੇ ਉਹਨਾਂ ਚਿਰ ਤੁਸੀਂ ਪਾਠ ਨਹੀਂ ਕਰਨਾ, ਨਹੀਂ। ਪਾਠ ਕਰਾਂਗੇ ਤਾਂ ਹੀ ਕਿਤੇ ਗੱਲ ਸ਼ੁਰੂ ਹੋਵੇਗੀ ਨਾ, ਪਹਿਲੇ ਦਿਨ ਥੋੜੀ ਬ੍ਰਹਮ ਗਿਆਨੀ ਬਣਨ ਲੱਗਾ। ਪਰ ਸਹੂਲਤ ਮਿਲ ਸਕਦੀ ਹੈ ਮੈਂ ਤਾਂ, ਕਿਉਂਕਿ ਗੁਰਮਤ ਦੀ ਜਿਹੜੀ ਵਿਚਾਰਧਾਰਾ ਉਹ ਕਿਸੇ ਇੱਕ ਵਿਚਾਰ ਨੂੰ ਲੈ ਕੇ ਤੁਰਨ ਦੀ ਨਹੀਂ ਵੀ ਇੱਕੋ ਚੀਜ਼ ਦੇ ਪ੍ਰਮਾਣ ਇਕੱਠੇ ਕਰਕੇ ਦੇ ਜੀ। ਇੱਥੇ ਥੋੜਾ ਜਿਹਾ ਤਵੱਜੋ ਦੇਣਾ, ਜੇ ਮਨੁੱਖ ਪਾਠ ਕਰਦਾ, ਸਿਮਰਨ ਕਰਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ ਤੇ ਦਿਨੇ ਫਿਰ ਝੂਠ, ਨਿੰਦਿਆ, ਫਰੇਬ, ਈਰਖਾ ਕਰ ਰਿਹਾ ਤੇ ਪ੍ਰਵਾਹ ਵੀ ਨਹੀਂ ਕਰਦਾ ਵੀ ਕੋਈ ਗੱਲ ਨਹੀਂ, ਹੁਣ ਸਾਡਾ ਤੇ ਸਰਟੀਫਿਕੇਟ ਬਣ ਗਿਆ, ਸਾਡੀ ਤੇ ਸਿੱਧੀ ਗੱਲ ਹੈ ਗੁਰੂ ਗੋਬਿੰਦ ਸਿੰਘ ਨਾਲ, ਜੋ ਮਰਜ਼ੀ ਕਰੀ ਜਾਈਏ, ਕੀ ਪ੍ਰਵਾਹ ਹੈ। ਪਰ ਸਤਿਗੁਰੂ ਨੇ ਇਹ ਗੱਲ ਨਹੀਂ ਕਹੀ ਵੀ ਜੋ ਮਰਜ਼ੀ ਕਰੀ ਜਾਈਏ। ਇਹ ਸ਼ਲੋਕ ਉਹਦੇ ਵਾਸਤੇ ਹੈ ਜਿਹੜਾ ਸਵੇਰੇ ਵੀ ਉੱਠਦਾ, ਜਿਹੜਾ ਸਤਨਾਮ ਵਾਹਿਗੁਰੂ ਵੀ ਜਪਦਾ, ਜਿਹੜਾ ਸੇਵਾ ਵੀ ਕਰਦਾ, ਜਿਹੜਾ ਸਭ ਕੁਝ ਕਰਦਾ ਹੈ ਤੇ ਪਰਤ ਕੇ ਸਾਰਾ ਦਿਨ ਨਿਸ਼ੰਗ ਹੋ ਕੇ ਨਿੰਦਿਆ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਕੁਝ ਕਰੀ ਜਾਂਦਾ ਹੈ ਤੇ ਅੰਦਰ ਭੈ ਕੋਈ ਵੀ ਨਹੀਂ, ਡਰ ਕੋਈ ਵੀ ਨਹੀਂ। ਇਹ ਉਹਦੇ ਵਾਸਤੇ। ਇੱਕ ਦੂਜਾ ਮਨੁੱਖ ਇਹ ਸ਼ਲੋਕ ਉਹਦੇ ਵਾਸਤੇ ਨਹੀਂ ਹੈ। ਉਹ ਕਿਹੜਾ ਹੈ? ਉਹ ਅੰਮ੍ਰਿਤ ਵੇਲੇ ਜਾਗਿਆ, ਸਿਮਰਨ ਕੀਤਾ, ਬਾਣੀ ਪੜ੍ਹੀ, ਗੁਰੂ ਕੇ ਦਰਸ਼ਨ ਕੀਤੇ, ਹੁਣ ਯਤਨ ਕਰਦਾ ਮੈਂ ਸਾਰਾ ਦਿਨ ਪਾਪ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਪਰ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਸੀ, ਜਿਸ ਕਰਕੇ ਮਨ ਦਾ ਸੁਭਾਅ ਭਾਰੂ ਹੋ ਜਾਂਦਾ ਹੈ, ਉਹਦੇ ਤੋਂ ਧੱਕੇ ਨਾਲ ਹੋ ਜਾਂਦਾ ਹੈ, ਕਰਨਾ ਨਹੀਂ ਚਾਹੁੰਦਾ। ਇਹ ਸ਼ਲੋਕ ਉਹਦੇ ਵਾਸਤੇ ਨਹੀਂ ਹੈ। ਉਹਦੀ ਨੀਅਤ ਠੀਕ ਹੈ, ਅੰਦਰੋਂ ਨਹੀਂ ਹਾਰਿਆ, ਨੀਅਤ ਠੀਕ ਹੈ, ਉਹ ਆਪਣੇ ਥਾਂ ਤੇ ਯੁੱਧ ਕਰ ਰਿਹਾ ਹੈ ਵੀ ਮੈਂ ਬੁਰਾਈ ਨੂੰ ਜਿੱਤਣਾ ਹੈ, ਪਰ ਮਨ ਦਾ ਜਿਹੜਾ ਹਿੱਸਾ ਭਾਰਾ ਹੈ ਉਹ ਕਦੀ ਕਦੀ ਜਿੱਤ ਜਾਂਦਾ ਹੈ, ਇਹਨੂੰ ਕੋਈ ਹਰਜ ਨਹੀਂ। ਇਹ ਸ਼ਲੋਕ ਇਹਦੇ ਵਾਸਤੇ ਨਹੀਂ ਹੈ। ਇਹਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰੇ ਨੇ, ਉਹ ਕਹਿੰਦੇ ਨੇ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਰ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਉਹ ਕੈਟਾਗਰੀ ਵੱਖਰੀ। ਇਹ ਸਾਨੂੰ ਗੁਰਬਾਣੀ ਦੀਆਂ ਤੇ ਸਾਧ ਸੰਗਤ ਜੀ ਤੈਆਂ ਇੰਨੀਆਂ ਨੇ ਵਿਚਾਰਾਂ ਦੀਆਂ, ਹੈਰਾਨ ਕਰ ਦੇਣ ਵਾਲੀਆਂ, ਹੈਰਾਨ ਕਰ ਦੇਣ ਵਾਲੀਆਂ। ਇਸ ਲਈ ਸਤਿਗੁਰੂ ਤੇਗ ਬਹਾਦਰ ਸਾਹਿਬ ਇੱਥੇ ਬਚਨ ਕਰਦੇ ਨੇ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਸਾਹਿਬ ਕਹਿਣ ਲੱਗੇ ਤੀਰਥਾਂ ਤੇ ਵੀ ਤੂੰ ਗਿਆ, ਵਰਤ ਵੀ ਤੂੰ ਰੱਖੇ, ਦਸਵੰਧ ਵੀ ਤੂੰ ਦਿੱਤੇ, ਦਾਨ ਵੀ ਤੂੰ ਕੀਤਾ,
ਪਾਠ ਵੀ ਤੂੰ ਕੀਤਾ, ਸਭ ਕੁਝ ਕੀਤਾ, ਪਰ ਤੇਰੇ ਕੰਮਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਤੇਰੇ ਸੁਭਾਅ ਵਿੱਚ ਕੋਈ ਫਰਕ ਨਹੀਂ ਪਿਆ। ਤੂੰ ਉਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ। ਕਿੱਥੇ ਫਰਕ ਪੈਂਦਾ? ਥਾਂ ਬਦਲ ਜਾਂਦੇ ਨੇ, ਕੱਪੜੇ ਬਦਲ ਜਾਂਦੇ ਨੇ, ਬੰਦਾ ਥੋੜੀ ਬਦਲਦਾ। ਆ ਤੁਸੀਂ ਸੁਣਿਆ ਨਾ, 9ਵੇਂ ਪਾਤਸ਼ਾਹ ਦੇ ਜੀਵਨ ਦੀਆਂ ਕੁਝ ਘਟਨਾਵਾਂ ਵੀ ਆਪਾਂ ਥੋੜੀਆਂ ਥੋੜੀਆਂ, ਉਹ ਕੌਣ ਬੰਦੇ ਹੋਣਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਬਕਾਲੇ ਵਿੱਚ 22 ਮੰਜੀਆਂ ਡਾਹ ਕੇ ਬੈਠੇ ਸੀ, 22 ਮੰਜੀਆਂ ਵਾਲੇ ਨਕਲੀ ਗੁਰੂ ਜਿਹੜੇ ਸੀ, ਤੇ 5-5 4-4 ਸੇਵਕ ਖਿਲਾਰੇ ਹੋਏ ਨੇ। ਕੌਣ ਬੰਦੇ ਹੋਣਗੇ ਉਹ? ਕੀ ਕੱਪੜੇ ਉਹਨਾਂ ਦੇ ਮਾੜੇ ਸਨ? ਹਾਥੀ ਵਾਲਾ ਕੰਮ ਸੀ ਬਿਲਕੁਲ। ਫਾਰਮੈਲਿਟੀ ਉਹਨਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਨਾਲੋਂ ਚੰਗੀ ਸੀ। ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਦੋਂ ਵੇਖੋ ਜਦੋਂ ਭੋਰੇ ਵਿੱਚ ਬੈਠੇ ਤੇ ਮੱਖਣ ਸ਼ਾਹ ਗਿਆ, ਉੱਥੇ ਸਦਾ ਆਨੰਦ ਕੀਰਤਨ ਕਰ ਰਿਹਾ ਸੀ, ਰਬਾਬੀਆ ਸੀ ਗੁਰੂ ਸਾਹਿਬ ਦਾ। ਮਹਾਰਾਜ ਆਪਣੀ ਬਾਣੀ ਵਿੱਚ ਬੜੇ ਗਾਉਣ ਦੀ ਗੱਲ ਕਰਦੇ ਨੇ, ਆਪ ਕੀਰਤਨ ਬੜਾ ਸੁਣਦੇ ਰਹੇ ਨੇ। ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਗੁਰੂ ਤੇਗ ਬਹਾਦਰ ਸਾਹਿਬ ਦੀ ਫਾਰਮੈਲਿਟੀ ਨਹੀਂ ਸੀ, ਉਹੀ ਸਿੱਧਾ ਪਰਨਾ, ਉਹੀ ਸਿੱਧੇ ਕੱਪੜੇ। ਪਰ ਬਾਹਰ ਵੇਖੋ ਬਾਈਆਂ ਵੱਲ ਮਰਿਆਦਾ ਬੜੀ ਹੈ, ਪੂਰੇ ਪ੍ਰੈਸ ਕਰਕੇ ਕੱਪੜੇ, ਪੱਗ ਦਾ ਇੱਕ ਵੀ ਵਲ ਘੱਟ ਨਹੀਂ ਹੋਣ ਦੇਣਾ, ਤੇ ਨਾ ਪੱਗ ਦਾ ਵਲ ਘੱਟ ਹੋਣ ਦੇਣਾ ਤੇ ਨਾ ਅੰਦਰ ਦਾ ਵਲ ਘੱਟ ਹੋਣ ਦੇਣਾ, ਦੋਵੇਂ ਬਰਾਬਰ ਰੱਖਣੇ ਨੇ। ਇੱਕ ਵਲ ਬਾਹਰ ਤੇ ਇੱਕ ਵਲ ਅੰਦਰ, ਫਰਕ ਨਹੀਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਲੱਭ ਲਿਆ ਨਾ, ਤੁਸੀਂ ਉਹ ਗੱਲ ਸੁਣੀ ਹੈ ਵੀ ਮੋਹਰਾਂ ਰੱਖੀਆਂ ਤੇ ਮਹਾਰਾਜ ਨੇ ਮੋਢਾ ਵਿਖਾ ਦਿੱਤਾ ਵੀ ਆਹ ਮੈਂ ਤੇਰਾ ਜਹਾਜ਼ ਕੱਢਿਆ ਸੀ ਮੱਖਣ ਸ਼ਾਹ, ਤੇ ਹੁਣ ਕੀ ਕਰਨਾ? ਉਹਨੇ ਕਹਿਣ ਲੱਗਾ ਮੈਂ ਰੌਲਾ ਪਾਉਣ ਲੱਗਾ। ਇਤਿਹਾਸ ਕਹਿੰਦਾ ਮਹਾਰਾਜ ਕਹਿੰਦੇ ਰੌਲਾ ਨਾ ਪਾਈ, ਚੁੱਪ ਕਰ ਜਾ। ਕਹਿੰਦੇ ਨਹੀਂ ਪਾਉਣਾ ਰੌਲਾ ਮੈਂ। ਕੋਈ ਸਮਾਂ ਐਸਾ ਵੀ ਆ ਜਾਂਦਾ, ਸਤਿਗੁਰੂ ਨੇ ਕਿਹਾ ਤੇਰਾ ਮੂੰਹ ਕਾਲਾ ਹੋਵੇਗਾ ਰੌਲਾ ਪਾਏਗਾ, ਜੇ ਸੱਚ ਬੋਲੇਗਾ ਨਾ ਮੂੰਹ ਕਾਲਾ ਹੋਵੇਗਾ। ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਸੱਚ ਬੋਲਦਿਆਂ ਮੂੰਹ ਕਾਲਾ ਹੁੰਦਾ ਤਾਂ ਕੀ। ਬਾਹਰ ਨਿਕਲਿਆ, ਗੁਰੂ ਦਾ ਹੁਕਮ ਪੂਰਾ ਕਰ ਲਿਆ, ਕੋਲ ਤਵਾ ਪਿਆ ਸੀ, ਆਪ ਹੀ ਥੋੜੀ ਜਿਹੀ ਮੱਥੇ ਨੂੰ ਲਾ ਕੇ ਕੋਠੇ ਤੇ ਚੜ ਗਏ। ਕੋਠੇ ਤੇ ਚੜ ਕੇ ਉੱਚੀ ਆਵਾਜ਼ ਵਿੱਚ ਪੜ੍ਹਦਾ, ਆਪਾਂ ਵੀ ਪੜ੍ਹੀਏ ਪਿਆਰ ਨਾਲ। ਗੁਰੂ ਲਾਦੋ ਰੇ ਗੁਰੂ ਲਾਦੋ ਰੇ, ਗੁਰੂ ਲਾਦੋ ਰੇ ਗੁਰੂ ਲਾਦੋ ਰੇ, ਗੁਰੂ ਗੁਰੂ ਲਾਦੋ ਰੇ ਗੁਰੂ ਲਾਦੋ ਰੇ, ਗੁਰੂ ਲਾਦੋ ਰੇ ਗੁਰੂ ਲਾਦੋ ਰੇ। ਗੱਜ ਕੇ ਬੋਲੋ, ਗੱਜ ਕੇ। ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ऐसे गुर को बल बल जाइए, ऐसे गुर को बल बल जाइए, ऐसा गुर वड भागी पाया, ऐसा गुर वड भागी पाया, ऐसा गुरु लादो रे गुरु लादो रे, गुरु लादो रे गुरु लादो रे, गुरु कोठे ते चढ़ के रौला पा दिता। गुरु लभ पिया, गुरु लभ पिया। मूँह जिहड़ा सी कालख लाई हुई, थले उतरिया। महाराज कहंदे तू बड़ा वड्डा व्यापारी है ते मूँह ते कालख ला लिया। सतगुरु ने उदों एक सिद्धांत दे दिता सी। सिद्धांत ये सी, गुरु के सिखा जे सच ते तुरदियां दुनिया वालों मूँह भी काला हुंदा ते परवाह ना करी, दुनिया की वडियाई की भुख ना रखी, सच ते तुरी, दुनिया जो कहती कवे परवाह ना करी किसी गल, गुरु दे नाल तुरी। आ पिछे ये कोई वडियाई नहीं ध्यान देना,
पिछले समय में सतगुरां ने कृपा की भी इस स्टेज तो 10वें पातशाह की बाणी की व्याख्या हुई नवा काम सी ते नवा काम जदों शुरू करना तुहानूं विरोध सहना पैना बहुत ज़्यादा ते हिम्मत करके इहदे विच भाई परमजीत सिंह राणा उन्होंने वेखो ये सेवा जिहड़ी है वो सेवा दी उस सेवा की वडियाई जरूर मनुख नूं मिलनी चाहिए। ये छोटी हिम्मत का काम नहीं सी। ते मैं उन्होंने एक दिन सुन रहा सी भी किसी ने फेसबुक ते बहुत गलत लिख दिता, सानू आप लिखते रहे ने नाल देवियां दियां फोटोआं ला देनियां नाल देवतियां दियां भी ये ते उन्हां दे पुचारी ने जी। ये ते वो एक दिन स्टेज तो बोलदे भावुक भी हो गया भी मेरे बारे निजी लिखिया किसी ने कोई भाई परमजीत सिंह बारे। उन्हां कोल सेवा सी उदों धर्म प्रचार कमेटी दी हुण भी है। तो मैं सोचा भी जे सच ते तुरदियां मूँह भी काला हुंदा है तो वह भी गुरु की बख्शिश, कोई हर्ज नहीं। सच कहना है, हाँ सच कहने तंग होना पैंदा है। गुरु तेग बहादुर साहब जी पिंजरे में खलोते सी ना, इत्थे किहड़ा गर्म पानी मिलता होना नहाउण वास्ते। अज साडे कोल ते गीजर लगे हुए ने, कल्ले कल्ले नूं कमरा मिलिया होया। की सी तुसीं कदी सोचो, खाण लई कित्थों आउंदा होवेगा, प्रशादा कित्थों छकदे होणगे भाई सती दास, भाई मती दास, भाई दयाला जी। ते दूजे पासे जिहड़े अधर्मी जिहड़े कट्टड़ सानू ऐश करते सी भी शुरू तो रहा साध संगत जी, धर्मी बंदियां दा सिंघासन सेज जिहड़ा ना जमीन ते रहा है। दुनिया सोचदी है तंग ने पर वो तंगी नहीं। कलगियां वाले पातशाह कहंदे ने भट्ठ खेड़ियां दा रहना, कहंदे की करना है खेड़ियां दा, की करना है रजाइयां दा, की करना। सच जिहड़ा मनुख जिहड़ा सच ते तुरदा ना उहदे वास्ते कंडे आ शब्द है कलगीधर पातशाह दा, जिहदे विच माछीवाड़े दे जंगल दे विच सौ के प्यार नाल गाउंदे ने। ये भी हाजरी लवाइए एक बारी। हाल मुरीदां दा कहना मित्र प्यारे नूं, हाल मुरीदां दा कहना मित्र प्यारे नूं, हाल तुद बिन रोग रजाइयां दा ओडण, तुद बिन रोग रजाइयां दा ओडण, तुद बिन नाग निवासां दे रहना मित्र प्यारे नूं, हाल मुरीदां दा कहना मित्र प्यारे नूं, नाग निवासां दे सूल सुराही खंजर प्याला, सूल सुराही खंजर प्याला, सूल सुराही विंग कसाइयां दा सहना मित्र प्यारे नूं, हाल मुरीदां दा कहना मित्र प्यारे नूं, विंग कसाइयां दा सच एक ऐसी सेज है जिहड़ा इहदा दीवाना हो गया वो इस धार दे उत्ते नचदा है, उहनूं इहदे विचों स्वाद आउंदा है। दूसरा दूसरी विचार वाला है। गुरु तेग बहादुर साहब सच्चे पातशाह जी नूं बेनती कीती भी हुण तुसीं गुरु हो, संगत इकट्ठी हो। जदों भाई मक्खण शाह ने रौला पाया ना, संगत सारी आ गई, जिहड़े बाईयां कोल बैठी सी इकट्ठे हो गए। महाराज कोल सिख जाते ने, बाहर आओ सिंघासन लगा होया तखत ते बह जाओ। गुरु साहब कहते मैं नहीं गुरु बनना। वो कहते तुहानू हुक्म है, संगत भटकदी फिरदी है, दर्शन दिओ, संगत नू संभालो। अखीर नू संगत दा हुक्म मन के, हुक्म नहीं मैं कह सकता, गुरु ने संगत दी बेनती मन के जदों बाहर आके तखत ते बैठे सी ना, ते दूजे पासे सी वो बंदे जिन्हां दी गुरु तेग बहादुर साहब गल कर रहे ने, ते हाथी वर्गे ने, रोज नहाउंदे ने ते रोज मिट्टी पाउंदे सिर विच।
ਧੀਰਮਲ ਆ ਗਿਆ, ਧੀਰਮਲ ਦੇ ਨਾਲ ਆ ਗਿਆ ਸ਼ੀਹਾਂ ਮਸੰਦ, ਮੱਥੇ ਤੇ ਵੱਟ ਚਾੜੇ ਹੋਏ, ਸੜਿਆ ਬਲਿਆ, ਬੰਦੂਕ ਹੱਥ ਵਿੱਚ ਫੜੀਏ, ਸਿੱਧੀ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾ ਦਿੱਤੀ। ਇਤਿਹਾਸਕਾਰਾਂ ਨੇ ਲਿਖਿਆ, ਕਿਸੇ ਨੇ ਕਿਹਾ ਮੋਢੇ ਨੂੰ ਥੋੜੀ ਜਿਹੀ ਲੱਗੀ, ਕਿਸੇ ਨੇ ਕਿਹਾ ਮੱਥੇ ਤੇ ਭਾਲ ਤੇ ਲੱਗੀ, ਲੱਗ ਕੇ ਨਾਲੋਂ ਲੰਘ ਗਏ। ਸਿੱਖਾਂ ਨੇ ਉਹਨਾਂ ਨੂੰ ਫੜ ਲਿਆ, ਕੁੱਟਮਾਰ ਕਰਨੀ ਸ਼ੁਰੂ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਉੱਠ ਕੇ ਗਏ, ਕਹਿੰਦੇ ਇਹਨਾਂ ਨੂੰ ਛੱਡ ਦਿਓ। ਇਧਰੋਂ ਮੱਖਣ ਸ਼ਾਹ ਆ ਗਿਆ, ਕਿਉਂਕਿ ਮੱਖਣ ਸ਼ਾਹ ਦੇ ਨਾਲ ਵੀ ਸਿਪਾਹੀ ਸਾਨੂੰ ਕਹਿੰਦੇ ਮਹਾਰਾਜ ਅਸੀਂ ਇਹਨਾਂ ਨੂੰ ਛੱਡਣਾ ਨਹੀਂ। ਹੁਣ ਸਤਿਗੁਰੂ ਕਹਿੰਦੇ ਜੇ ਮੇਰਾ ਸਿੱਖ ਹੈ ਤੇ ਤੂੰ ਹੱਥ ਨਹੀਂ ਚੁੱਕਣਾ ਇਹਨਾਂ ਤੇ। ਮਾਤਾ ਨਾਨਕੀ ਜੀ ਨੇ ਆਪਣੇ ਪੱਲੇ ਦੇ ਨਾਲ ਨਾ ਗੁਰੂ ਸਾਹਿਬ ਦੇ ਮੱਥੇ ਤੋਂ ਖੂਨ ਪੂੰਝਿਆ, ਖੂਨ ਵੀ ਨਿਕਲ ਆਇਆ ਸੀ। ਸਚਾਈ ਨੂੰ ਸੰਸਾਰੀ ਸੁੱਖ ਕਿੱਥੇ, ਸੰਸਾਰੀ ਵਡਿਆਈ, ਵਡਿਆਈ ਰੱਬ ਵੱਲੋਂ ਜ਼ਰੂਰ ਮਿਲਦੀ ਹੈ, ਕੋਈ ਬੰਦ ਨਹੀਂ ਕਰ ਸਕਦਾ। ਮਹਾਰਾਜ ਨੂੰ ਤਖਤ ਤੇ ਬਿਠਾ ਦਿੱਤਾ ਤੇ ਧੀਰਮਲ ਨੇ ਕੀ ਕੀਤਾ, ਸਾਰਾ ਸਮਾਨ ਲੁੱਟ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਡੇਰੇ ਦਾ। ਤੇ ਪਤਾ ਲੱਗਾ ਮੱਖਣ ਸ਼ਾਹ ਨੂੰ, ਉਹਨੇ ਕੀਤਾ ਹੱਲਾ ਤੇ ਸਭ ਕੁਝ ਖੋਹ ਲਿਆ, ਵਾਪਸ ਲੈ ਆਂਦਾ। ਜਦੋਂ ਵਾਪਸ ਲਿਆਂਦਾ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੀ ਹੈ, ਕਹਿੰਦੇ ਸਮਾਨ ਵਾਪਸ ਖੋਹ ਕੇ ਲਿਆਂਦਾ ਧੀਰ ਮੱਲੀਏ ਤੋਂ। ਮਹਾਰਾਜ ਕਹਿੰਦੇ ਸਾਰਾ ਕੁਝ ਵਾਪਸ ਦੇ ਕੇ ਆਓ। ਵੇਖੋ ਸਾਰਾ ਕੁਝ ਵਾਪਸ ਦੇ ਕੇ ਆਓ। ਸਾਰਾ ਕੁਝ ਵਾਪਸ ਦੇ ਆਏ ਤੇ ਜਿਹੜੀ ਬੀੜ ਸੀ ਨਾ ਸਾਧ ਸੰਗਤ ਜੀ, ਬੀੜ ਧੀਰ ਮੱਲੀਆਂ ਦੇ ਕੋਲ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖਾਈ ਸੀ, ਉਹ ਬੀੜ ਜਾਂ ਉਹਦਾ ਉਤਾਰਾ ਸੀ, ਉਹ ਸੀ ਬੀੜ ਧੀਰ ਮੱਲੀਆਂ ਕੋਲ, ਉਹ ਵੀ ਖੋਹ ਲਿਆਇਆ ਮੱਖਣ ਸ਼ਾਹ। ਤੇ ਗੁਰੂ ਸਾਹਿਬ ਕਹਿੰਦੇ ਆਹ ਕੀ, ਕਹਿੰਦੇ ਮਹਾਰਾਜ ਇਹ ਤੇ ਆਪਣਾ ਅਧਿਕਾਰ ਹੈ, ਤੇ ਬਾਣੀ ਹੈ, ਇਹ ਤੇ ਬੀੜ ਹੈ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਹੀਂ, ਇਹ ਵੀ ਵਾਪਸ ਦੇ ਕੇ ਆਓ ਨਾ। ਕਿਉਂ ਮਹਾਰਾਜ, ਕਹਿੰਦੇ ਸਾਨੂੰ ਤੇ ਸਭ ਕੁਝ ਮਿਲ ਜਾਣਾ, ਉਹਨਾਂ ਦੀ ਰੋਟੀ ਨਹੀਂ ਚੱਲਣੀ ਬੀੜ ਤੋਂ ਬਿਨਾ, ਦੇ ਆਵੋ ਜਾ ਕੇ। ਇਹ ਦੁਨੀਆ ਵਿੱਚ ਰਿਹਾ ਹੈ, ਜਿੱਥੇ ਸੱਚ ਹੁੰਦਾ ਹੈ ਉਹ ਆਪਣੇ ਆਪ ਵਿੱਚ ਸੱਚ ਹੁੰਦਾ, ਉਹਨੂੰ ਨਾ ਥਾਵਾਂ ਦੀ ਲੋੜ ਪੈਂਦੀ ਹੈ ਨਾ ਚੀਜ਼ਾਂ ਦੀ ਲੋੜ ਪੈਂਦੀ ਹੈ, ਥਾਵਾਂ ਦੀ ਲੋੜ। ਮਹਾਰਾਜ ਨੇ ਕਿਹਾ ਬੀੜ ਦੇ ਕੇ ਆਓ, ਜਦੋਂ ਸਮਾਂ ਹੋਵੇਗਾ ਅਸੀਂ ਆਪੇ ਫਿਰ ਬਾਣੀ ਰਚ ਲਾਂਗੇ 10ਵੇਂ ਜਾਮੇ ਵਿੱਚ। ਤੁਸੀਂ ਕਦੀ ਸੋਚਦੇ ਹੋ ਵੀ ਇਸ ਤਰ੍ਹਾਂ ਕਰਨਾ ਸੌਖਾ, ਵੀ ਬੀੜ ਵੀ ਵਾਪਸ ਕਰ ਦਿਓ, ਸਾਰੀ ਬਾਣੀ ਬੀੜ ਵਾਪਸ ਕਰ ਦਿੱਤੀ ਹੈ। ਜੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਤੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ। ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਗਏ ਨਾ, ਵੱਡਾ ਦਰਸ਼ਨੀ ਡਿਊਟੀ ਦਾ ਦਰਵਾਜ਼ਾ ਬੰਦ ਕਰ ਲਿਆ ਮਸੰਦਾਂ ਨੇ। ਸਤਿਗੁਰੂ ਜੀ ਪਰਾਂ ਜਿਹੜਾ ਹੁਣ ਥਾਂ ਬਣਿਆ ਹੋਇਆ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ, ਉੱਥੇ ਚੌਂਕੜਾ ਲਾ ਕੇ ਬਹਿ ਗਏ, ਉੱਥੇ ਬੇਰੀ ਸੀ ਉਹਦੇ ਥੱਲੇ ਬਹਿ ਗਏ। ਅੱਜ ਵੀ ਥਾਂ ਹੈ, ਉਹ ਸੇਵਾ ਚੱਲ ਰਹੀ, ਉੱਥੇ ਬੈਠੇ ਰਹੇ, ਵਾਪਸ ਚਲੇ ਗਏ। ਸਿੱਖਾਂ ਨੇ ਕਿਹਾ ਮਹਾਰਾਜ, ਮੱਖਣ ਸ਼ਾਹ ਨਾਲ ਸੀ, ਦਰਵਾਜ਼ਾ ਖੁਲਾ ਦਈਏ ਹੁਣੇ। ਕਹਿਣ ਲੱਗੇ ਨਹੀਂ ਪਿਆਰਿਓ, ਇਹਨਾਂ ਦੀ ਰੋਟੀ ਇੱਥੋਂ ਚੱਲਦੀ ਹੈ, ਚੱਲਣ ਦਿਓ, ਥਾਂ ਤੇ ਗੁਰੂ ਨਾਨਕ ਦਾ ਹੀ ਹੈ, ਇਹ ਸ਼ੁਰੂ ਤੋਂ ਰਿਹਾ ਹੈ, ਅੱਜ ਨਹੀਂ, ਰੋਟੀ ਚੱਲਦੀ ਇਹਨਾਂ ਦੀ। ਮੈਂ ਬੇਨਤੀ ਕਰਾਂ, ਪੁਜਾਰੀ ਹਮੇਸ਼ਾ ਥਾਵਾਂ ਦੇ ਸਿਰ ਤੇ ਰਿਹਾ ਹੈ, ਥਾਵਾਂ ਦੇ ਸਿਰ ਤੇ ਚੀਜ਼ਾਂ ਦੇ ਸਿਰ ਤੇ। ਜਿਹੜਾ ਧਰਮੀ ਹੈ ਉਹ ਥਾਵਾਂ ਦੇ ਨਾਲ ਪ੍ਰਗਟ ਨਹੀਂ ਹੁੰਦਾ, ਠੀਕ ਹੈ, ਉਹਨਾਂ ਥਾਵਾਂ ਦਾ ਸਤਿਕਾਰ ਹੈ। ਮਸੰਦਾਂ ਦੀ ਕੀਮਤ ਕਾਹਦੇ ਨਾਲ ਹੈ, ਥਾਂ ਕਰਕੇ ਹੈ। ਜੇ ਹਰਿਮੰਦਰ ਸਾਹਿਬ ਕੋਲ ਹੈ ਤੇ ਚਾਰ ਬੰਦੇ ਜਿਹੜੇ ਗੋਲਕ ਵਿੱਚ ਪੈਸਾ ਪਾਉਂਦੇ ਨੇ ਉਹ ਪਾ ਲੈਂਦੇ ਨੇ ਜੇਬ ਵਿੱਚ ਕੱਢ ਕੇ। ਕਈ ਬੰਦੇ ਐਸੇ ਨੇ ਅੱਜ ਵੀ ਸਾਧ ਸੰਗਤ, ਉਹ ਵੱਡੀਆਂ ਥਾਵਾਂ ਤੇ ਬੈਠੇ, ਉਹਨਾਂ ਦੀ ਤਾਂ ਕੀਮਤ ਹੈ, ਉੱਥੋਂ ਤੁਸੀਂ ਪਾਸੇ ਕਰ ਦਿਓ, ਕਿਸੇ ਨੇ ਦਿਹਾੜੀ ਤੇ ਨਹੀਂ ਲਿਜਾਣਾ ਉਹਨਾਂ ਨੂੰ, ਥਾਵਾਂ ਕਰਕੇ ਕੀਮਤ। ਜੇ ਕੋਈ ਕਹੇ ਨਾ ਵੀ ਆ ਮਿਸਤਰੀ ਲੱਗਾ ਹੈ, ਇੱਟਾਂ ਢੋਣੀਆਂ ਨੇ ਤੇ ਮੈਨੂੰ ਦਿਹਾੜੀ ਤੇ ਲੈ ਜਾਓ, ਕਿਸੇ ਨੇ ਕਹਿਣਾ ਨਹੀਂ, ਤੇਰਾ ਚਾਰ ਪਾਉਣਾ ਉੱਥੇ ਲਿਜਾ ਕੇ, ਤੇਰੇ ਪੱਲੇ ਕੁਝ ਨਹੀਂ। ਕਿਵੇਂ ਬਣਿਆ? ਥਾਂ ਕਰਕੇ। ਮਸੰਦ ਕਿਵੇਂ ਬਣੇ ਨੇ? ਥਾਂ ਕਰਕੇ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਅੰਦਰੋਂ ਬਣੇ ਹੋਏ ਨੇ। ਜਿੱਥੇ ਸੱਚ ਹੈ ਉੱਥੇ ਗੁਰੂ ਰੱਖ ਹੈ, ਉੱਥੇ ਗੁਰੂ ਅੰਗ ਸੰਗ ਹੈ। ਮਸੰਦਾਂ ਨੂੰ ਗੁਰੂ ਗ੍ਰੰਥ ਸਾਹਿਬ ਵੀ ਵਾਪਸ ਕਰ ਦਿੱਤਾ। ਆਪ ਜੀ ਹਰਿਮੰਦਰ ਸਾਹਿਬ ਮੱਥਾ ਬਾਹਰੋਂ ਟੇਕ ਕੇ ਇਸ਼ਨਾਨ ਕਰਕੇ ਆ ਗਏ ਤੇ ਫਿਰ ਉਥੋਂ ਬਚਨ ਕਿਹਾ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਗਣ ਤੇ ਅੰਦਰ ਸੜੀਏ। ਹੁਣ ਇਹ ਲਫ਼ਜ਼ ਨੇ, ਲਫ਼ਜ਼ ਤਾਂ ਕਹਿਣੇ ਪੈਂਦੇ ਨੇ, ਫਿਰ ਨਾ ਕੋਈ ਗੁੱਸਾ ਕਰ ਪਵੇ। ਇਹ ਵੀ ਅੱਜ ਕੱਲ੍ਹ ਬਹੁਤ ਚੱਕਰ ਹੈ ਭਾਈ।
ਉਹ ਮਸੰਦਾਂ ਨੂੰ ਕਿਹਾ ਸੀ, ਅੰਮ੍ਰਿਤਸਰੀਆਂ ਨੂੰ ਨਹੀਂ ਸੀ ਕਿਹਾ। ਹੁਣ ਕਰੀਏ ਕੀ? ਇੱਕ ਇੱਕ ਲਫ਼ਜ਼ ਦੇ ਉੱਤੇ ਕੈਮਰਾ ਲੱਗਾ ਹੋਇਆ ਵੀ ਕੀ ਬੋਲਦਾ, ਵੀ ਕੀ ਬੋਲਦਾ। ਕਿਸੇ ਪਾਸਿਓਂ ਲੱਤ ਫੜੀਏ ਸਹੀ। ਇਹ ਇਤਿਹਾਸ ਦੇ ਬਚਨ ਨੇ। ਫਿਰ ਵੱਲੇ ਪਿੰਡ ਵੱਲ ਗਏ। ਵੱਲੇ ਪਿੰਡ ਮਾਈਆਂ ਫਿਰ ਪ੍ਰਸ਼ਾਦਾ ਲੈ ਕੇ ਆਈਆਂ। ਫਿਰ ਮਹਾਰਾਜ ਨੇ ਬਚਨ ਕੀਤਾ, ਮਾਈਆਂ ਰੱਬ ਰਜਾਈਆਂ। ਉੱਥੋਂ ਫਿਰ ਆਨੰਦਪੁਰ ਸਾਹਿਬ ਵਸਾਇਆ ਗੁਰੂ ਸਾਹਿਬ ਨੇ। ਮਾਖੋਵਾਲ ਆਪ ਜ਼ਮੀਨ ਖਰੀਦੀ ਹੈ, ਕਬਜ਼ਾ ਨਹੀਂ ਕੀਤਾ ਕਿਸੇ ਚੀਜ਼। ਤਾਂ ਇਸ ਤਰ੍ਹਾਂ ਅੱਗੋਂ ਫਿਰ ਦਿੱਲੀ ਵੱਲ ਆਏ ਨੂੰ ਆਪਾਂ ਕੱਲ ਵਿਚਾਰਾਂਗੇ। ਆਪਾਂ ਸ਼ਲੋਕ ਜਿਹੜੇ ਹਾਥੀ ਦੀ ਗੱਲ ਕਰ ਰਹੇ ਸੀ, ਮਹਾਰਾਜ ਕਹਿੰਦੇ ਇਹ ਹਾਥੀ ਦਾ ਇਸ਼ਨਾਨ ਹੈ। ਉਧਰੋਂ ਚੰਗੇ ਕਰਮ ਕਰੀ ਜਾਂਦਾ, ਨਾਲ ਮਾੜੇ ਵੀ ਕਰੀ ਜਾਂਦਾ। ਦੋਵੇਂ ਇਕੱਠੇ ਨਾ ਕਰਿਆ ਕਰ, ਦੋਵੇਂ ਇਕੱਠੇ ਨਾ ਕਰ। ਓਨੀ ਤੂੰ ਮਿੱਟੀ ਲਾਉਣਾ ਤੇ ਉਦੋਂ ਜ਼ਿਆਦਾ ਪਾ ਲੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਗੁਮਾਨ ਉਹਨੂੰ ਕਹਿੰਦੇ ਨੇ ਅੰਦਰ ਦਾ ਹੰਕਾਰ। ਧਾਰਮਿਕ ਕਰਮ ਕਰਕੇ ਅੰਦਰ ਗੁਮਾਨ ਧਾਰਨ ਕਰ ਲੈਂਦਾ। ਹਜੂਰ ਕਹਿੰਦੇ ਨਾਨਕ ਨੇ ਫਲ ਜਾਤ ਤੇ ਨੇ ਫਲ, ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ। ਉਹ ਸਾਰੇ ਕਰਮ ਜਿਨ੍ਹਾਂ ਨੂੰ ਕਰਕੇ ਬੰਦਾ ਫਿਰ ਝੂਠ ਬੋਲੀ ਜਾਂਦਾ, ਵਿਅਰਥ ਚਲੇ ਜਾਂਦੇ ਨੇ। ਕਿਵੇਂ? ਜਿਉਂ ਕੁੰਚਰ ਇਸ਼ਨਾਨ, ਜਿਵੇਂ ਕੁੰਚਰ, ਕੁੰਚਰ ਮੈਨੇ ਹਾਥੀ ਇਸ਼ਨਾਨ ਕਰਕੇ ਫਿਰ ਮਿੱਟੀ ਪਾ ਲੈਂਦਾ। ਹਜੂਰ ਕਹਿੰਦੇ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ। ਕਹਿੰਦੇ ਇਸ ਤਰ੍ਹਾਂ ਦੇ ਕਰਮ ਕਰਦੇ ਆ, ਬੁਢਾਪਾ ਆ ਗਿਆ। ਹੁਣ ਤਾਂ ਕੀ ਹੁੰਦਾ ਬੁਢਾਪਾ? ਸਿਰ ਕੰਪਿਓ, ਸਿਰ ਕੰਬਦਾ, ਕਮਜ਼ੋਰੀ ਆ ਗਈ। ਪੱਗ, ਪੱਗ ਮੈਨੇ ਪੈਰ ਡਗਮਗੇ, ਤੁਰਨ ਲੱਗਿਆਂ ਪੈਰ ਡੋਲਦੇ ਨੇ। ਨੈਣ ਜੋਤ ਤੇ ਹੀਣ, ਤੇ ਅੱਖਾਂ ਵਿੱਚੋਂ ਦਿਸਦਾ ਕੁਝ ਨਹੀਂ। ਤੇ ਸੱਚੇ ਪਾਤਸ਼ਾਹ ਕਹਿੰਦੇ ਬਜ਼ੁਰਗਾ ਹੋਣੀ ਸਮਝ ਜਾ, ਹੁਣ ਤੇ ਪੱਲੇ ਰਿਹਾ ਨਹੀਂ ਸਰੀਰ ਦੇ ਕੁਝ, ਹੁਣ ਤੇ ਛੱਡ ਦੇ। ਪਰ ਹੁਣ ਬਜ਼ੁਰਗ ਕੀ ਕਰੇ? ਕੋਈ ਗੁਰੂ ਦੀ ਕਿਰਪਾ ਹੋਵੇ ਤਾਂ ਹੋ ਜਾਏ, ਨਹੀਂ ਤੇ ਹੁੰਦਾ ਕੀ ਏ? ਸਰੀਰ ਤੇ ਹੋ ਜਾਂਦਾ ਪੁਰਾਣਾ ਤੇ ਮਨ ਹੋਰ ਜਵਾਨ ਹੋ ਜਾਂਦਾ। ਇਸ ਕਰਕੇ ਉਹ ਫਿਰ ਬਲਬ ਲਹਿੰਗੇ ਇੰਨੇ ਪਾਉਂਦਾ ਨਾ ਵੀ ਪੂਰੇ ਸਾਰਿਆਂ ਨੂੰ ਵਿਹੜ ਕੇ ਰੱਖਦਾ। ਜਿੰਨਾ ਬਜ਼ੁਰਗ ਹੋਵੇ ਨਾ, ਸਾਰੇ ਨਾ ਮਹਿਸੂਸ ਕਰਿਆ ਜੇ। ਕਿਤੇ ਗੁਰੂ ਦੀ ਕਿਰਪਾ ਹੋਵੇ ਤੇ ਵੱਖਰੀ ਗੱਲ ਹੈ, ਤਜਰਬਾ ਵੱਧ ਜਾਂਦਾ, ਸਰੀਰ ਜਵਾਬ ਦੇ ਜਾਂਦਾ ਹੈ। ਇਸ ਕਰਕੇ ਉਹ ਬਹੁਤ ਸਿਆਸੀ ਹੈ, ਬਹੁਤ ਸਿਆਸੀ ਹੈ। ਹਜੂਰ ਕਹਿੰਦੇ ਕਹੋ ਨਾਨਕ ਇਹ ਵਿਦ ਭਈ, ਇਹ ਹੁਣ ਸਰੀਰ ਦੀ ਅਵਸਥਾ ਬਣ ਗਈ ਹੈ। ਤਉ ਨਾ ਹਰ ਰਸ ਲੀਨ, ਕਹਿੰਦੇ ਕਮਾਲ ਦੀ ਗੱਲ ਵੇਖੋ ਵੀ ਅਜੇ ਵੀ ਹਰੀ ਦੇ ਰਸ ਵਿੱਚ ਲੀਨ ਨਹੀਂ ਹੁੰਦਾ, ਅਜੇ ਵੀ ਨਾਮ ਵਿੱਚ ਲੀਨ ਨਹੀਂ ਹੁੰਦਾ। ਅਜੇ ਵੀ ਕਿਤੇ ਪਤਾ ਲੱਗ ਜਾਏ ਵੀ ਵਿਆਹ ਸ਼ਾਦੀ ਵਾਲਾ ਕਾਰਡ ਆ ਗਿਆ ਤੇ ਨੌਜਵਾਨ ਕਹਿੰਦੇ ਵੀ ਚਲੋ ਬਾਪੂ ਨੂੰ ਕੀ ਵਿਖਾਉਣਾ ਹੈ, ਵੀ ਹੁਣ ਤਾਂ ਬਜ਼ੁਰਗ ਹੋ ਗਿਆ, ਤੁਰਿਆ ਨਹੀਂ ਜਾਂਦਾ। ਉਹ ਆਵਾਜ਼ਾਂ ਮਾਰਦਾ, ਕਹਿੰਦੇ ਕਿਹਦਾ ਵਿਆਹ ਆ ਗਿਆ? ਤੇ ਪੋਤਰੇ ਕਹਿੰਦੇ ਵੀ ਬਾਪੂ ਤੂੰ ਤਾਂ ਹੁਣ ਆਰਾਮ ਕਰੀ, ਅਸੀਂ ਜਾਵਾਂਗੇ। ਕਹਿੰਦੇ ਕਿਉਂ, ਕੀ ਗੱਲ? ਮੈਂ ਨਹੀਂ ਜਾ ਸਕਦਾ, ਮੈਂ ਵੀ ਵੇਖਣਾ ਉੱਥੇ ਡੀਜੇ ਕਿਵੇਂ ਵੱਜਦਾ ਹੈ, ਮੈਂ ਵੀ ਨੱਚ ਸਕਣਾ। ਗੁਰਦੁਆਰੇ ਆ ਕੇ ਭਾਵੇਂ ਕਵੇ ਵੀ ਮੇਰੇ ਤੋਂ ਕੁਰਸੀ ਤੋਂ ਬਿਨਾਂ ਬੈਠਾ ਨਹੀਂ ਜਾਂਦਾ, ਪਰ ਉੱਥੇ ਨੱਚ ਲਏਗਾ। ਇਹ ਬੁਢੇਪੇ ਦੀ ਨਿਸ਼ਾਨੀ ਹੈ। ਸਰੀਰ ਦੇ ਅੰਗ ਜਵਾਬ ਦੇ ਗਏ। ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਲੀਨ, ਅਜੇ ਵੀ ਨਹੀਂ ਛੱਡਦਾ ਸੰਸਾਰ ਨੂੰ, ਅਜੇ ਵੀ ਫਸਿਆ ਹੋਇਆ ਹੈ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਬੁਢਾਪੇ ਬਾਰੇ ਹੋਰ ਕਹਿੰਦੇ ਨੇ, ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਇਹ ਭਾਈ, ਇਹ ਮੈਂ ਆਪਣੇ ਤਜਰਬੇ ਵਿੱਚੋਂ ਦੱਸ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਤਜਰਬਾ ਕਰਕੇ ਨਿਜ ਆਪਣੇ ਜੀਵਨ ਵਿੱਚ ਵੇਖਿਆ ਵੀ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਜੇ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਕਿਸੇ ਦਾ ਸਹਾਈ ਨਹੀਂ। ਜੇ ਸਹਾਈ ਹੋਵੇ ਵੀ ਤੇ ਅੱਗੇ ਕਿਸੇ ਨਾਲ ਕਿਹੜਾ ਚਲੇ ਜਾਣਾ? ਮੰਨ ਲਓ ਸਹਾਈ ਹੈ ਵੀ ਏ, ਸਹਾਇਤਾ ਕਰਨ ਵਾਲੇ ਹਨ, ਕਿਸੇ ਦਾ ਹੱਥ ਅੱਗੇ ਜਾਂਦਾ ਹੀ ਨਹੀਂ ਪਰਮੇਸ਼ਰ ਤੋਂ ਬਿਨਾਂ। ਉੱਥੇ ਹੱਥ ਕਿਵੇਂ ਜਾਏਗਾ? ਅੱਗੇ ਜਾ ਹੀ ਨਹੀਂ ਸਕਦਾ। ਇੱਥੇ ਚਲੋ ਦਾਨ ਕਰੀ ਜਾਓ, ਅਸੀਸ ਮਿਲ ਜਾਂਦੀ ਹੈ। ਇੱਥੇ ਮੰਜੀਆਂ ਬਿਸਤਰੇ ਦੇਈ ਜਾਓ, ਜਿਹੜਾ ਚੜਾਈ ਕਰ ਗਿਆ ਤੇ ਪਿੱਛੋਂ ਉਹਦੇ ਨਾਂ ਤੇ ਏਸੀ ਲਵਾਓ। ਇੱਥੋਂ ਵਾਲਿਆਂ ਦੀ ਅਸੀਸ ਮਿਲ ਸਕਦੀ ਹੈ, ਅਗਲੇ ਨੂੰ ਬਿਸਤਰਾ ਨਹੀਂ ਜੇ ਮਿਲਣਾ। ਉੱਥੇ ਕਿਹੜਾ ਬਿਸਤਰਾ ਮਿਲਣਾ ਹੈ? ਜਿਹੜਾ ਅੱਜ ਸਵੇਰੇ ਉੱਠ ਕੇ ਜਪਜੀ ਸਾਹਿਬ ਕੀਤਾ।
ਉੱਥੇ ਕਿਹੜਾ ਨਾਲ ਬਿਸਤਰਾ ਜਾਣਾ ਜਿਹੜਾ ਜਾਪ ਸਾਹਿਬ 5 ਬਾਣੀਆਂ ਰਹਿ ਰਾਸ ਸਾਹਿਬ ਪੜਿਆ ਤੇ ਸਹਿਜ ਪਾਠ ਕੀਤਾ, ਸਿਮਰਨ ਕੀਤਾ ਤੇ ਚੰਗੇ ਕੰਮ ਕੀਤੇ ਨੇ, ਉਹਨਾਂ ਨੇ ਸੰਗ ਸਹਾਈ ਹੋਣਾ। ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਸਦਾ ਰਹਿਣ ਵਾਲੀ ਚੀਜ਼ ਕਿਹੜੀ ਹੈ? ਵਾਹਿਗੁਰੂ ਦੀ ਭਗਤੀ। ਉਹਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖੋ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਹਿ ਰਹੇ ਨੇ ਹੇ ਭਾਈ ਜਗਤ ਦੀ ਸਾਰੀ ਰਚਨਾ ਝੂਠੀ ਹੈ, ਇਹ ਚੰਗੀ ਤਰ੍ਹਾਂ ਜਾਣ ਲਓ। ਇਹ ਉਪਦੇਸ਼ ਤਾਂ ਦੇ ਰਹੇ ਸਨ ਵੀ ਕੁਰਬਾਨੀ ਵਾਸਤੇ ਬੰਦੇ ਤਿਆਰ ਹੋ ਜਾਣ। ਇਹ ਉਹਨਾਂ ਸਿੱਖਾਂ ਵਿੱਚ ਭਾਈ ਮਤੀ ਦਾਸ ਹੋਰਾਂ ਵਿੱਚ ਭਰਿਆ ਸੀ, ਤਾਂ ਸਰੀਰ ਦੀ ਕੁਰਬਾਨੀ ਦੇ ਗਏ। ਨਹੀਂ ਤੇ ਕਹਿੰਦੇ ਵੀ ਸਰੀਰ ਬੜਾ ਸੋਹਣਾ ਹੈ, ਕਿਉਂ ਕੁਰਬਾਨ ਕਰੀਏ। ਪਤਾ ਲੱਗ ਗਿਆ ਸੀ ਵੀ ਇਹਨੇ ਤੇ ਜਾਣਾ ਹੀ ਹੈ, ਚੰਗੇ ਕੰਮ ਤੇ ਲਾ ਦਈਏ, ਲੋਕਾਂ ਵਾਸਤੇ ਸੇਵਾ ਵਿੱਚ ਲਾ ਲਈਏ, ਲੋਕਾਂ ਨੂੰ ਆਜ਼ਾਦੀ ਦੇ ਦਈਏ ਆਪਣੇ ਸਰੀਰ ਦੀ ਕੁਰਬਾਨੀ ਕਰਕੇ, ਪਰ ਉਪਕਾਰ ਕਰ ਦਈਏ। ਕਹਿੰਦੇ ਜਗ ਰਚਨਾ ਸਭ ਝੂਠ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਸ ਸੰਸਾਰ ਤੇ ਤੂੰ ਮੋਹ ਵਿੱਚ ਫਸਿਆ ਹੋਇਆ ਨਾ, ਇਹ ਝੂਠ ਹੈ, ਬਿਨਸ ਜਾਣ ਵਾਲਾ ਹੈ। ਜਾਣ ਲੈ ਹੋਰੇ ਮੀਤ, ਹੈ ਮਿੱਤਰ ਜਾਣ ਲੋ। ਕਹਿ ਨਾਨਕ ਥਿਰ ਨਾਰ ਹੈ, ਜਿਉ ਬਾਲੂ ਕੀ ਭੀਤ। ਬਾਲੂ ਮੈਨੇ ਰੇਤ, ਜਿਵੇਂ ਕੰਧ ਦੀ ਬਣੀ ਹੋਈ ਰੇਤ ਲਗਾਤਾਰ ਨਹੀਂ ਰਹਿੰਦੀ, ਡਿੱਗ ਪੈਂਦੀ ਹੈ, ਇਸ ਤਰ੍ਹਾਂ ਸਰੀਰ ਰੇਤ ਦੀ ਕੰਧ ਹੈ। ਰਾਮ ਗਇਓ ਰਾਮਣ ਗਇਓ, ਜਾਂ ਕੋ ਬਹੁ ਪਰਵਾਰ। ਤੇਰੀ ਤੇ ਪਾਏ ਕੀ, ਇਥੋਂ ਤੇ ਰਾਮਚੰਦਰ ਵੀ ਚਲੇ ਗਏ। ਰਾਵਣ ਜਿਹੜਾ ਕਹਿੰਦਾ ਸੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ, ਉਹ ਵੀ ਚਲਾ ਗਿਆ। ਇੰਨੇ ਤਾਕਤਵਰ ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਸੀ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਕੁਝ ਵੀ ਸਥਿਰ ਰਹਿਣ ਵਾਲਾ ਨਹੀਂ, ਸਦਾ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਨਾਲ ਕੀ ਜਾਣ ਵਾਲਾ ਹੈ? ਇੱਕ ਪਰਮੇਸ਼ਰ ਦਾ ਨਾਮ। ਇਹ ਸੁਪਨੇ ਵਰਗਾ ਹੈ। ਕਹਿੰਦੇ ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਚਿੰਤਾ ਕਾਹਦੀ ਕਰਨਾ? ਉਹ ਤੇ ਹੋਣਾ ਹੀ ਨਹੀਂ ਜੋ ਪਰਮੇਸ਼ਰ ਨੇ ਉਲੀਕਿਆ ਨਹੀਂ। ਤੇ ਫਿਰ ਇਹਨੂੰ ਸਮਝ ਕੇ ਇਹਦੇ ਨਾਲ ਤੂੰ ਸਹਿਮਤ ਹੋ ਜਾ, ਇਹਦੇ ਨਾਲ ਸਹਿਮਤ ਹੋ ਜਾ। ਜੋ ਹੋ ਰਿਹਾ ਉਹਦੇ ਨਾਲ। ਕੱਲ ਆਪਾਂ ਵਿਚਾਰਿਆ ਸੀ ਨਰ ਚਾਹਤ ਕਛ ਔਰ, ਚਾਹਤ ਨੂੰ ਪਰਮੇਸ਼ਰ ਦੀ ਚਾਹਤ ਦੇ ਨਾਲ ਮੇਲ ਦੇ। ਕਹਿੰਦੇ ਨੇ ਜਿਹੜੀ ਅਨਹੋਣੀ ਹੋਈ ਚਿੰਤਾ ਉਹਦੀ ਕਰੀਦੀ ਹੈ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਇਹ ਤਾਂ ਸੰਸਾਰ ਦਾ ਨਿਯਮ ਹੈ, ਸੰਸਾਰ ਦਾ ਰਸਤਾ ਹੈ, ਇੱਥੇ ਕੋਈ ਸਥਿਰਤਾ ਹੈ ਹੀ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਜਿੰਨੀਆਂ ਚੀਜ਼ਾਂ ਪੈਦਾ ਹੋਈਆਂ ਨੇ ਬਿਨਸ ਜਾਂਦੀਆਂ ਨੇ ਨਾਮ ਤੋਂ ਬਿਨਾ। ਅਗਲੇ ਸ਼ਲੋਕ ਆਉਣਗੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਉਹੀ ਸਥਿਰ ਨੇ, ਬਾਕੀ ਸਭ ਕੁਝ ਬਿਨਸ ਜਾਂਦਾ ਹੈ। ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਹਾਂ, ਅੱਜ ਕੱਲ ਦਾ ਫਰਕ ਪੈ ਸਕਦਾ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ ਭਾਈ ਗੁਰਮੁਖਾ, ਪਰਮੇਸ਼ਰ ਦੇ ਗੁਣ ਗਾ ਲੈ, ਇਹਨਾਂ ਜੰਜਾਲਾਂ ਦੇ ਵਿੱਚ ਟਾਈਮ ਨਾ ਲਾ ਬਹੁਤਾ। ਇਹ ਠੀਕ ਹੈ ਕਿਰਤ ਕਰਨੀ, ਪਰ ਕਿਰਤ ਨੂੰ ਜੀਵਨ ਨਾ ਬਣਾ ਲੈ। ਕਿਰਤ ਗੁਜ਼ਾਰਾ ਹੈ ਜ਼ਿੰਦਗੀ ਦਾ। ਇਹਨਾਂ ਧੰਦਿਆਂ ਵਿੱਚੋਂ ਆਪਣਾ ਟਾਈਮ ਸੁੱਤੀ ਗਵਾਈ ਜਾ ਰਿਹਾ ਹੈ। ਇੰਨਾ ਕੀਮਤੀ ਟਾਈਮ ਹੈ, ਇਹਦਾ ਕੋਈ ਟਾਈਮ ਟੇਬਲ ਬਣਾ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰਨ ਦਾ ਉਪਦੇਸ਼ ਦੇ ਰਹੇ ਨੇ। ਆਪ ਜੀ ਦਾ ਹੁਕਮ ਆਪਾਂ ਕਮਾਈਏ, ਰਹਿੰਦੇ ਮਿੰਟਾਂ ਦੇ ਵਿੱਚ ਸਿਮਰਨ ਕਰੀਏ, ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ। ਮਿਲ ਕੇ ਬੋਲੋ ਸਾਰੇ, ਮਿਲ ਕੇ। ਵਾਹਿਗੁਰੂ 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 ਵਾਹਿਗੁਰੂ।
वाहेगुरु 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 तेग बहादुर सिमरिया तेग बहादुर सिमरिया तेग तेग बहादुर सिमरिया तेग बहादुर सिमरिया घर नौ निद आवे ताए घर नौ निद आवे ताए घर नौ निद सब थाई होए सहाय सब थाई होए सहाय सब थाई सब थाई होए सहाय सब थाई होए सहाय सब थाई तेग बहादुर सिमरिया तेग बहादुर सिमरिया गुरु तेग बहादुर धन गुरु तेग बहादुर साहब कृपा करन बख्शा वरताउण भुलां चुकां दी खिमा जी। वाहिगुरु जी का खालसा वाहिगुरु जी की फतेह। हरे कृष्ण पिया श्री हरे कृष्ण